ਸਾਰੇ ਹੀ ਲਿਸਨਰਸ ਦਾ ਅਸੀਂ ਪ੍ਰੋਗਰਾਮ ਦੇ ਵਿੱਚ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਤੁਹਾਨੂੰ ਸਭ ਨੂੰ ਮੀਨਾਖੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਵੈਲਕਮ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਦਾ ਪ੍ਰੋਗਰਾਮ 15 ਜੂਨ ਦਾ ਅਸੀਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ। बहुत सारी इन्फॉर्मेशन ਤੁਹਾਡੇ ਨਾਲ ਸਾਂਝੀ ਕਰਾਂਗੇ और प्रोग्राम ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਮਿਸਟਰ ਸੈਣੀ। ਮੇਰੇ ਵੱਲੋਂ ਵੀ ਆਪ ਸਭ ਦਾ ਸਵਾਗਤ ਹੈ। ਆਪ ਸਭ ਨੂੰ ਗੁੱਡ ਆਫਟਰਨੂਨ। ਅੱਜ ਮੈਂ ਕਿਹਾ ਸੰਗਰਾਂਦ ਵੀ ਹੈ ਜੀ। ਜੀ ਹਾਂ, ਅੱਜ ਸੰਗਰਾਂਦ ਵੀ ਹੈ। ਤੁਹਾਨੂੰ ਸਾਰਿਆਂ ਨੂੰ ਸੰਗਰਾਂਦ ਦੀ ਬਹੁਤ ਵਧਾਈ ਹੋਵੇ। ਚਲੋ ਜੀ, ਅੱਜ ਕੱਲ੍ਹ WhatsApp ਦਾ ਇਹ ਫਾਇਦਾ ਹੈ ਕਿ ਕਾਫੀ ਇਨਫੋਰਮੇਸ਼ਨ ਤੁਹਾਨੂੰ WhatsApp ਤੋਂ ਮਿਲ ਜਾਂਦੀ ਹੈ। ਤੋ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਸਾਨੂੰ ਇਹ ਯਾਦ ਕਰਵਾਇਆ ਕਿ ਅੱਜ ਸੰਗਰਾਂਦ ਹੈ। ਤੋ ਇਹਨਾਂ ਸਾਰੇ ਦਿਨਾਂ ਦਾ ਬੜਾ ਮਹੱਤਵ ਹੈ। ਤੋ 905 461 4000 905 461 4000 ਤੇ फ़ोन ਕਰਕੇ ਕੋਈ ਗੱਲਬਾਤ ਕਰਨਾ ਚਾਹੋ, ਠੀਕ 2 ਵਜੇ ਤੱਕ ਤੁਹਾਡੇ ਲਈ ਅਸੀਂ ਹਾਜ਼ਰ ਰਹਾਂਗੇ। 1350 AM ਡਾਇਲ ਤੇ ਅਸੀਂ ਪੇਸ਼ ਕਰਦੇ ਤੁਹਾਡੇ ਲਈ ਮੰਡੇ ਟੂ ਫਰਾਈਡੇ ਪ੍ਰੋਗਰਾਮ ਪ੍ਰਵਾਸੀ ਪਲੱਸ, ਜੋ ਪ੍ਰਵਾਸੀ ਮੀਡੀਆ ਗਰੁੱਪ ਦੀ ਪੇਸ਼ਕਸ਼ ਹੈ। ਜੀ ਹਾਂ, ਔਰ ਤੁਹਾਨੂੰ ਸ਼ਬਦ ਸੁਣਾ ਰਹੇ ਹਾਂ ਸਭ ਤੋਂ ਪਹਿਲਾਂ। ਔਰ ਜਿਹੜਾ ਸ਼ਬਦ ਹੈ ਭਾਈ ਸਰਬਜੀਤ ਸਿੰਘ ਜੀ ਦਾ ਗਾਇਆ ਹੋਇਆ। ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ, ਮੇਰਾ ਮਾਤ ਪਿਤਾ ਹਰਾਇਆ, ਮੇਰਾ ਮਾਤ ਪਿਤਾ ਹਰਾਇਆ। ਕਰ ਕਿਰਪਾ ਪ੍ਰਤਪਾਲਨ ਲਾਗਾ, ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ, ਮੇਰਾ ਮਾਤ ਪਿਤਾ ਹਰਾਇਆ, ਮੇਰਾ ਮਾਤ ਪਿਤਾ ਹਰਾਇਆ, ਮੇਰਾ ਮਾਤ ਪਿਤਾ ਹਰਾਇਆ। सोई कराए जो तुझ पावे, सोई कराए जो तुझ पावे, मोहि से आनक कछु न आवे, मोहि से आनक कछु न आवे, करी तेरा कराया, मेरा मात पिता हराया, मेरा मात पिता हराया। कर किरपा प्रतपालन लागा, कर किरपा प्रतपालन लागा, करी तेरा कराया, मेरा मात पिता हराया, मेरा मात पिता हराया, मेरा मात पिता हराया। हम बारिक दो शरणाई, हम बारिक दो शरणाई, रब आपे पैज रखाई, रब आपे पैज रखाई, करी तेरा कराया, मेरा मात पिता
मात पिता हर राया। कर कृपा प्रतिपालन लागा, कर कृपा प्रतिपालन लागा, करी तेरा कराया। मेरा मात पिता हर राया। मेरा मात पिता हर राया। मेरा मात पिता हर राया। जी जंत तेरे तारे, जी जंत तेरे तारे, रब डोरी हाथ तुम्हारे, रब डोरी हाथ तुम्हारे, करी तेरा कराया। मेरा मात पिता हर राया। मेरा मात पिता हर राया। कर कृपा प्रतिपालन लागा, कर कृपा प्रतिपालन लागा, करी तेरा कराया। मेरा मात पिता हर राया। मेरा मात पिता हर राया। मेरा मात पिता हर राया। जे करावे सो करना, जे करावे सो करना, नानक दास तेरी शरणा, नानक दास तेरी शरणा, करी तेरा कराया। मेरा मात पिता हर राया। मेरा मात पिता हर राया। कर कृपा प्रतिपालन लागा, कर कृपा प्रतिपालन लागा, करी तेरा कराया। मेरा मात पिता हर राया। 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 अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या।
ਸਾਰਾ ਦਿਨ ਬਾਰਿਸ਼ ਜਿਹੜੀ ਹੈ ਪੈਂਦੀ ਰਹੀ ਹੈ, ਬਿਲਕੁਲ ਥੰਡਰ ਸਟਾਰਮਸ, ਬਿਜਲੀਆਂ ਕੜਕਦੀਆਂ ਰਹੀਆਂ ਔਰ ਜ਼ੋਰ ਦੀ ਜਿਹੜੀ ਆਵਾਜ਼ਾਂ ਆਉਂਦੀਆਂ ਰਹੀਆਂ ਬੱਦਲਾਂ ਦੇ ਗਰਜਨ ਦੀਆਂ। ਸਾਰਾ ਦਿਨ ਦੁਪਹਿਰ ਨੂੰ ਖਾਸ ਕਰਕੇ ਜ਼ਿਆਦਾ ਥੰਡਰ ਸਟਾਰਮਸ ਰਹੇ, ਪਰ ਸ਼ਾਮ ਤੱਕ ਵੀ ਜਿਹੜੀ ਹੈ ਬਾਰਿਸ਼ ਕਿਨਮਿਨ ਜਿਹੜੀ ਚੱਲਦੀ ਰਹੀ। ਥੋੜੀ ਦੇਰ ਬਾਅਦ ਵਿੱਚ ਹਾਲਾਂਕਿ ਥੋੜੀ ਧੁੱਪ ਨਿਕਲੀ ਸੀ। ਅੱਜ ਬਿਲਕੁਲ ਸਾਫ਼ ਹੈ ਵੈਦਰ। ਅੱਜ 20 ਡਿਗਰੀ ਜਿਹੜਾ ਤਾਪਮਾਨ ਇਸ ਵੇਲੇ ਜਾ ਚੁੱਕਾ ਹੈ, ਮੈਕਸਿਮਮ ਜਾਣਾ ਹੈ 23 ਤੱਕ। ਥੋੜੀ ਜਿਹੀ ਧੁੱਪ ਨਿਕਲਦੀ ਰਹਿਣੀ, ਵਿੱਚ ਬੱਦਲ ਜਦ ਕੀ ਹੈਗੇ। ਰਾਤ ਨੂੰ ਥੋੜਾ ਜਿਹਾ ਠੰਡਾ ਹੋ ਜਾਣਾ, 12 ਡਿਗਰੀ ਜਿਹੜਾ ਅੱਜ ਦਾ ਲੋ ਜਾਏਗਾ। ਕੱਲ ਬੁੱਧਵਾਰ ਨੂੰ ਵੀ ਫਿਰ 21 ਡਿਗਰੀ ਹਾਈ ਹੋਗਾ। ਕੱਲ ਬਿਲਕੁਲ ਖਿੜੀ ਹੋਈ ਧੁੱਪ ਨਿਕਲੀ ਰਹੇਗੀ ਸਾਰਾ ਦਿਨ। ਲੋ ਹੋਏਗਾ ਕੱਲ ਦਾ 11 ਡਿਗਰੀ ਔਰ ਫਿਰ ਵੀਰਵਾਰ ਨੂੰ 25 ਡਿਗਰੀ ਹਾਈ ਦੇ ਨਾਲ ਧੁੱਪ ਔਰ ਬੱਦਲ। ਫਿਰ ਸ਼ੁੱਕਰਵਾਰ ਨੂੰ ਦੁਬਾਰਾ ਤੋਂ ਸ਼ੁੱਕਰ ਔਰ ਸ਼ਨੀਵਾਰ 2 ਦਿਨ ਜਿਹੜੀ ਹੈ ਬਾਰਿਸ਼ ਹੋਏਗੀ, ਹਾਲਾਂਕਿ ਥੋੜੀ ਧੁੱਪ ਨਿਕਲੇਗੀ 23 ਡਿਗਰੀ ਹਾਈ ਦੇ ਨਾਲ ਔਰ ਫਿਰ ਇਤਵਾਰ ਨੂੰ 24 ਡਿਗਰੀ ਹਾਈ ਦੇ ਨਾਲ ਦੁਬਾਰਾ ਤੋਂ ਧੁੱਪ ਔਰ ਬੱਦਲ। जुड़े हुए ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। ਤੋਂ ਬਾਅਦ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹੈ ਕਿ ਜਿਹੜੇ ਪੋਜ਼ਿਟਿਵ ਕੇਸਿਸ ਆਏ ਨੇ ਓਨਟਾਰੀਓ ਦੇ ਵਿੱਚ ਉਹ 300 ਤੋਂ ਘੱਟ ਨੰਬਰ ਆਏ ਨੇ। ਜੀ ਹਾਂ, ਅੱਜ ਕੇਸਿਸ ਆਏ ਨੇ 296 ਔਰ ਇਹ ਜਿਹੜੇ ਹੈ ਕੱਲ ਆਏ ਸੀਗੇ 447 ਔਰ ਇਤਵਾਰ ਨੂੰ ਆਏ ਸੀਗੇ 530 ਤੇ ਲਗਾਤਾਰ ਕੇਸਿਸ ਬਹੁਤ ਜ਼ਿਆਦਾ ਸੋਹਣੇ ਤਰ੍ਹਾਂ ਨਾਲ ਜਿਹੜੇ ਘਟ ਰਹੇ ਨੇ। ਇਸ ਵੇਲੇ 17 ਸੈਪਟੈਂਬਰ ਨੂੰ 293 ਨਵੇਂ ਕੇਸਿਸ ਕਨਫਰਮ ਕੀਤੇ ਗਏ ਸੀ ਪ੍ਰੋਵਿੰਸ ਦੇ ਵਿੱਚ, ਜਦ ਕਿ ਆਏ ਹੈਗੇ ਨੇ 296 ਕੇਸਿਸ ਔਰ ਐਵਰੇਜ ਦੇਖਿਆ ਜਾਏ ਤੇ ਹੁਣ ਜਿਹੜੀ ਇਹ 479 ਦੀ ਜਿਹੜੀ ਐਵਰੇਜ ਆ ਗਈ ਹੈ ਓਨਟਾਰੀਓ ਦੇ ਵਿੱਚ, ਜਿਹੜੀ ਕਿ ਪਿਛਲੇ ਹਫਤੇ 703 ਤੱਕ ਸੀ। ਪਿਛਲੇ 24 ਘੰਟਿਆਂ ਦੇ ਵਿੱਚ 17,162 ਟੈਸਟ ਕੀਤੇ ਗਏ ਨੇ ਔਰ ਇਸ ਦੇ ਨਾਲ ਪੋਜ਼ਿਟਿਵਿਟੀ ਰੇਟ ਜਿਹੜਾ ਹੈ ਪ੍ਰੋਵਿੰਸ ਦਾ ਉਹ ਆ ਗਿਆ ਹੁਣ 2.3% ਤੱਕ। ਐਕਟਿਵ ਕੇਸਿਸ ਦੀ ਗਿਣਤੀ ਹੁਣ 5,012 ਹੈਗੀ, ਜਿਹੜੀ ਕਿ ਪਿਛਲੇ ਹਫਤੇ 7,378 ਸੀ। 13 ਵਾਇਰਸ ਰਿਲੇਟਡ ਜਿਹੜੀਆਂ ਮੌਤਾਂ ਵੀ ਹੋਈਆਂ ਨੇ, ਜਿਨ੍ਹਾਂ ਵਿੱਚੋਂ 2 ਮੌਤਾਂ ਲੌਂਗ ਟਰਮ ਕੇਅਰ ਦੇ ਰੈਜ਼ੀਡੈਂਟਸ ਦੀਆਂ ਹੋਈਆਂ ਨੇ ਔਰ ਪੇਸ਼ੈਂਟਸ ਦੀ ਗਿਣਤੀ ਵੀ ਹਸਪੀਟਲ ਦੇ ਵਿੱਚ ਅੱਜ 433 ਹੈਗੀ, ਜਿਹੜੀ ਕਿ ਕੱਲ ਨਾਲੋਂ ਥੋੜੀ ਜਿਹੀ ਜ਼ਿਆਦਾ ਹੈ। ਕੱਲ ਸੀਗੀ 384, ਅੱਜ ਹੈਗੀ ਹੈ 433। ਪਰ ਜਿਹੜੇ ICU ਦੇ ਵਿੱਚ ਨੰਬਰਸ ਥੋੜੇ ਘਟੇ ਹੈਗੇ ਆ, 400 ਤੋਂ ਘੱਟ ਨੰਬਰਸ ਆ ਗਏ ਨੇ। ਪਹਿਲੀ ਵਾਰੀ ਮਾਰਚ ਤੋਂ ਬਾਅਦ 400 ਤੋਂ ਘੱਟ ਨੰਬਰਸ ਆਏ ਨੇ। ICU ਦੇ ਵਿੱਚ ਅੱਜ 382 ਕੇਸਿਸ ਨੇ, ਜਿਨ੍ਹਾਂ ਵਿੱਚ 25 ਪੇਸ਼ੈਂਟਸ ਜਿਹੜੇ ਨੇ ਮੈਨੀਟੋਬਾ ਤੋਂ ਟ੍ਰਾਂਸਫਰ ਕੀਤੇ ਗਏ ਨੇ। ਔਰ ਰੀਜਨਸ ਦੀ ਜੇ ਗੱਲ ਕਰੀਏ ਤਾਂ ਪੀਲ ਰੀਜਨ ਦੇ ਵਿੱਚ ਆਏ ਨੇ 62 ਕੇਸਿਸ, 60 ਆਏ ਨੇ ਟੋਰਾਂਟੋ ਦੇ ਵਿੱਚ, 45 ਆਏ ਨੇ ਵਾਟਰਲੂ ਦੇ ਵਿੱਚ, 15 ਯਾਰਕ ਰੀਜਨ ਦੇ ਵਿੱਚ ਤੇ 13 ਆਏ ਨੇ ਹਾਲਟਨ ਰੀਜਨ ਦੇ ਵਿੱਚ। ਔਰ ਇਹ ਟੋਰਾਂਟੋ ਦੇ ਵਿੱਚ 10 ਸੈਪਟੈਂਬਰ ਤੋਂ ਬਾਅਦ ਲੋਐਸਟ ਸਿੰਗਲ ਡੇ ਜਿਹੜੇ ਹੈ ਕੇਸਿਸ ਰਿਪੋਰਟ ਕੀਤੇ ਗਏ ਨੇ। ਵੈਕਸੀਨੇਸ਼ਨ ਵੀ ਲਗਾਤਾਰ ਜਿਹੜੀ ਹੈ ਬਹੁਤ ਸੋਹਣੀ ਤਰ੍ਹਾਂ ਨਾਲ ਜਿਹੜੀ ਚੱਲ ਰਹੀ ਹੈ ਔਰ ਫਿਲਹਾਲ 11.5 ਮਿਲੀਅਨ ਜਿਹੜੀਆਂ ਡੋਜ਼ਿਸ ਹੁਣ ਤੱਕ ਵੈਕਸੀਨ ਦੀਆਂ ਦਿੱਤੀਆਂ ਜਾ ਚੁੱਕੀਆਂ, ਜਿਨ੍ਹਾਂ ਵਿੱਚ 1,84,979 ਡੋਜ਼ਿਸ ਜਿਹੜੀਆਂ ਨੇ ਕੱਲ ਦੇ ਕੱਲ ਦਿੱਤੀਆਂ ਗਈਆਂ ਸੀਗੀਆਂ ਤੇ ਲਗਾਤਾਰ ਵੈਕਸੀਨੇਸ਼ਨ ਵੀ ਵਧ ਰਹੀਆਂ ਨੇ। ਕੇਸਿਸ ਬਹੁਤ ਘਟ ਰਹੇ ਨੇ ਔਰ ਹੋਰ ਬਹੁਤ ਸਾਰੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਇਹ ਵਾਕਈ ਇੱਕ ਵੈਲਕਮਿੰਗ ਨਿਊਜ਼ ਸੀਗੀ ਜਿਹੜੀ ਕਿ ਕੇਸਿਸ ਇੰਨੇ ਲਗਾਤਾਰ ਜਿਹੜੇ ਘਟਦੇ ਜਾ ਰਹੇ ਨੇ। ਔਰ ਕੈਨੇਡੀਅਨਸ ਦਾ ਹੁਣ ਕੀ ਕਹਿਣਾ ਹੈ ਜਿਨ੍ਹਾਂ ਨੇ ਵੈਕਸੀਨ ਨਹੀਂ ਵੀ ਲਗਾਈ, ਤੇ ਉਸ ਦੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਥੋੜੀ ਦੇਰ ਤੱਕ। रियल स्टेट की बात करें, नाम एक ही याद करे। आईसेल सर्विस देते हैं, सबकी दुआएं लेते हैं। वाजिद मलक के पास आइए, जन्नत जैसा घर पाइए। पल पल खुशियां बंटते, आजो आजो बुकिंग करा लो। फोन नंबर 4168273333 और wajidmalik.com। ट्रस्ट ही सब कुछ है आपका वाजिद मलिक। ਜੀਤੇ ਯਾਰ ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ, ਜਿੱਥੇ ਸਰਟੀਫਾਈਡ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਮਕੈਨਿਕਾਂ ਦੀ ਟੀਮ ਤੁਹਾਡੇ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ, ਆਇਲ ਤੇ ਫਿਲਟਰ ਚੇਂਜ, ਡਾਇਗਨੋਸਟਿਕ, ਇਲੈਕਟ੍ਰਿਕ ਡਾਇਗਨੋਜ਼, ਇੰਜਨ ਅਤੇ ਟਰਾਂਸਮਿਸ਼ਨ ਦੀ ਰੀਬਿਲਡ ਕਰਦੀ ਏ। ਹਰ ਮੇਕ ਅਤੇ ਮਾਡਲ ਦੇ ਟਰੱਕਾਂ ਦੀ ਰਿਪੇਅਰ ਲਈ ਪਹੁੰਚੋ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਜਾਂ ਕਾਲ ਕਰੋ 90556400। ਦਰਸ਼ਨ ਮਾਨ ਹੋਰਾਂ ਦਾ ਬੜਾ ਲੰਬਾ ਤਜਰਬਾ ਹੈ, ਦਰਸ਼ਨ ਹੋਰਾਂ ਦਾ, ਔਰ ਬਹੁਤ ਲੋਕਾਂ ਨੂੰ ਟਰੱਕ ਟ੍ਰੇਨਿੰਗ ਦੇ ਜਿਹੜੇ
ਟਰੱਕ ਦੀ ਟ੍ਰੇਨਿੰਗ ਦੇ ਕੇ ਵਧੀਆ ਡਰਾਈਵਰ ਬਣਾ ਚੁੱਕੇ ਹੈ। ਨਾ ਸਿਰਫ ਤੁਹਾਨੂੰ ਲਾਇਸੈਂਸ ਲੈ ਕੇ ਦੇਣ ਵਿੱਚ ਮਦਦ ਕਰਦੇ ਆ, ਬਲਕਿ ਜੌਬ ਦੇ ਵਿੱਚ ਵੀ ਹੈਲਪ ਕਰਨਗੇ। ਤਾਂ ਜੌਬ ਵੀ ਲੱਭ ਕੇ ਦੇਣਗੇ। ਤੁਸੀਂ $4500 ਵਿੱਚ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। 2 ਰੋਡ ਟੈਸਟ ਇਨਕਲੂਡਡ ਹੈ। ਤਾਂ ਕਾਲ ਕਰ ਲਓ 905 452 3633 905 452 3633। ਇੰਡੀਆ ਦੇ ਵਿੱਚ ਜਿਹੜਾ ਡੈਲਟਾ ਵੇਰੀਐਂਟ ਵਾਇਰਸ ਆਇਆ ਸੀਗਾ ਉਹ ਹੋਰ ਮਿਊਟੇਟ ਹੋ ਗਿਆ ਔਰ ਉਹਨੇ ਆਪਣਾ ਹੋਰ ਰੂਪ ਜਿਹੜਾ ਬਦਲ ਲਿਆ। ਉਹਦਾ ਹੁਣ ਨਾਮ ਰੱਖਿਆ ਗਿਆ ਹੈ ਡੈਲਟਾ ਪਲੱਸ। ਤੋ ਇਸ ਕਰਕੇ ਤੁਹਾਨੂੰ ਅਸੀਂ ਬਾਰ-ਬਾਰ ਇੱਕ ਰਿਕੁਐਸਟ ਕਰ ਰਹੇ ਹਾਂ ਕਿ ਜੇ ਤੁਸੀਂ ਅਜੇ ਸਿੰਗਲ ਡੋਜ਼ ਲਈ ਹੋਈ ਹੈ ਇੱਥੇ ਅੰਟਾਰੀਓ 'ਚ ਹੋ ਕਿਤੇ ਵੀ, ਖਾਸ ਤੌਰ 'ਤੇ ਬਰੈਂਪਟਨ ਮਿਸਾਗਾ ਦੇ ਵਿੱਚ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹਨੂੰ ਪਲੀਜ਼ ਲਾਈਟਲੀ ਨਾ ਲਵੋ। ਜਦ ਤੱਕ ਤੁਸੀਂ ਸੈਕਿੰਡ ਡੋਜ਼ ਵੀ ਨਾ ਲਵਾ ਲਵੋ ਤੁਸੀਂ ਨਿਸ਼ਚਿੰਤ ਨਹੀਂ ਹੋ ਸਕਦੇ। ਬਲਕਿ ਸੈਕਿੰਡ ਡੋਜ਼ ਤੋਂ ਬਾਅਦ ਵੀ ਤੁਸੀਂ ਜਦ ਤੱਕ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਰੱਖਣੀ, ਇਹ ਸਾਰੀਆਂ ਇੰਸਟਰਕਸ਼ਨ ਜਾਰੀ ਨੇ। ਪਲੀਜ਼ ਇਹਨਾਂ ਨੂੰ ਫੋਲੋ ਕਰੋ। ਤਾਂ ਇੰਡੀਆ ਦਾ ਜਿਹੜਾ ਵਾਇਰਸ ਹੈ ਇਹ ਯੂਕੇ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਯੂਕੇ ਚੰਗਾ ਭਲਾ ਸਭ ਪਾਸੇ ਵੈਕਸੀਨ ਲੱਗ ਚੁੱਕੇ ਹੈ ਔਰ ਲੱਗ ਰਿਹਾ ਸੀਗਾ ਕਿ ਬੜੀ ਜਲਦੀ ਉੱਥੇ ਸਾਰਾ ਕੁਝ ਓਪਨ ਹੋ ਜਾਏਗਾ, ਲੇਕਿਨ ਉਹਨਾਂ ਨੇ 1 ਮਹੀਨਾ ਹੋਰ ਡਿਲੇ ਕਰ ਦਿੱਤਾ ਹੈ। ਦੇ ਡੋਂਟ ਵਾਂਟ ਟੂ ਟੇਕ ਐਨੀ ਚਾਂਸ। ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਉੱਥੇ ਇਹ ਜਿਹੜਾ ਹੁਣ ਡੈਲਟਾ ਵੇਰੀਐਂਟ ਵਾਇਰਸ ਹੈ ਇਹੀ ਸਭ ਤੋਂ ਜ਼ਿਆਦਾ ਉੱਥੇ ਨੁਕਸਾਨ ਕਰ ਰਿਹਾ ਹੈ। ਆਪਣੇ ਇੱਥੇ ਵੀ ਬੜੀ ਤੇਜ਼ੀ ਨਾਲ ਕੇਸ ਫੈਲ ਰਹੇ ਹੈ। ਇਹਨਾਂ ਤੋਂ ਬਚ ਸਕਦੇ ਹਾਂ, ਬਚ ਰਹੇ ਹਾਂ, ਚੰਗੀ ਗੱਲ ਹੈ। ਤੁਸੀਂ ਦੇਖ ਹੀ ਲਿਆ ਅੱਜ ਕਿ ਸਭ ਤੋਂ ਘੱਟ ਕੇਸ ਆਏ ਹੈ ਸੈਪਟੰਬਰ ਤੋਂ ਬਾਅਦ ਹੁਣ ਤੱਕ ਦੇ। ਤਾਂ ਅਸੀਂ ਇਸ ਵੇਲੇ ਦੇਖਿਆ ਜਾਵੇ ਤੇ 3rd ਵੇਵ ਤੋਂ ਪਹਿਲਾਂ ਜਿਹੜੇ ਨੰਬਰ ਸੀ ਆਲਮੋਸਟ ਉਸ ਲੈਵਲ 'ਤੇ ਦੁਬਾਰਾ ਆ ਗਏ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ 4th ਵੇਵ ਵਾਲੇ ਪਾਸੇ ਨੂੰ ਜਾਈਏ, ਉਸ ਤੋਂ ਬਚਣਾ ਚਾਹੀਦਾ ਹੈ ਔਰ ਬਚ ਸਕਦੇ ਹਾਂ। ਹੁਣ ਵੈਕਸੀਨੇਸ਼ਨ ਬੜੀ ਤੇਜ਼ੀ ਨਾਲ ਹੋ ਰਹੀ ਹੈ, ਜਿਹਦਾ ਮਤਲਬ ਇਹੀ ਹੈ ਕਿ ਹੁਣ ਸਾਨੂੰ ਬਹੁਤ ਜ਼ਿਆਦਾ ਹੋਰ ਥੋੜ੍ਹਾ ਜਿਹਾ ਬਚਾਅ ਰੱਖਣ ਦੀ ਲੋੜ ਹੈ, ਵਰਨਾ 2-3-4 ਵੀਕ ਤੱਕ ਅਸੀਂ ਕਾਫੀ ਹੱਦ ਤੱਕ ਇਸ ਕੋਵਿਡ-19 ਤੋਂ ਮੁਕਤ ਹੋ ਸਕਾਂਗੇ। ਤਾਂ ਪਲੀਜ਼ ਇਸ ਗੱਲ ਨੂੰ ਬਹੁਤ ਧਿਆਨ ਦਿਓ। ਡੋਂਟ ਟੇਕ ਐਨੀ ਚਾਂਸ ਔਰ ਜੋ ਇੰਸਟਰਕਸ਼ਨ ਮਿਲ ਰਹੀਆਂ ਉਹਨਾਂ ਨੂੰ ਫਜੇ ਵੀ ਫੋਲੋ ਕਰਦੇ ਰਹੋ। ਇੱਕ ਪੋਲ ਵੀ ਹੋਈ ਹੈ ਜਿਸ ਦੇ ਮੁਤਾਬਿਕ ਹੁਣ ਕਿਹਾ ਜਾ ਰਿਹਾ ਹੈ ਕਿ 90% ਕੈਨੇਡੀਅਨਸ ਜਿਹੜੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਵੈਕਸੀਨ ਕਰ ਦਿੱਤਾ ਜਾਏ, ਵੈਕਸੀਨ ਲਗਾ ਦਿੱਤੀ ਜਾਏ। ਔਰ ਇਹ ਹੁਣ ਉਹਨਾਂ ਨੂੰ ਬਲਕਿ ਫਰਸਟ੍ਰੇਸ਼ਨ ਵੀ ਲੱਗ ਰਹੀ ਹੈ ਕਿਉਂਕਿ ਸੋਮਵਾਰ ਤੋਂ ਜਿਹੜੀ ਪ੍ਰੋਵਿੰਸ ਦੇ ਵਿੱਚ ਸੈਕਿੰਡ ਡੋਜ਼ਸ ਲਗਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ, ਡੈਲਟਾ ਵੇਰੀਐਂਟ ਜਿਹੜਾ ਹੈ ਉਹ ਸਪਰੈਡ ਕਰ ਰਿਹਾ ਹੈ। ਇਸ ਕਰਕੇ ਪ੍ਰੋਵਿੰਸ ਦੇ ਵਿੱਚ ਸੈਕਿੰਡ ਡੋਜ਼ਸ ਜਿਹੜੀਆਂ ਜਲਦੀ ਲਗਾਈਆਂ ਜਾ ਰਹੀਆਂ ਨੇ। ਪਰ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਵੀ ਹੈਗੀ ਹੈ ਕਿ ਬੁੱਕ ਜਿਹੜੀ ਕਰਾਣੀ ਵੈਕਸੀਨੇਸ਼ਨ ਥੋੜਾ ਔਖਾ ਲੱਗ ਰਿਹਾ ਹੈ। ਪੋਲ ਜਿਹੜੀ ਕੀਤੀ ਗਈ ਇਸ ਦੇ ਵਿੱਚ ਦੇਖਿਆ ਗਿਆ ਹੈ ਕਿ ਕੋਵਿਡ-19 ਦੇ ਸ਼ਾਟ ਦੀ ਹਜੇ ਵੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ ਦੇਸ਼ ਦੇ ਵਿੱਚ। ਔਰ ਨਵਾਂ ਇੱਕ ਡੇਟਾ ਹੈ ਜਿਸ ਦੇ ਮੁਤਾਬਿਕ 10 ਚੋਂ 9 ਕੈਨੇਡੀਅਨਸ ਉਹ ਜਾਂ ਤੇ ਵੈਕਸੀਨੇਟ ਹੋ ਚੁੱਕੇ ਨੇ ਜਾਂ ਵੈਕਸੀਨੇਸ਼ਨ ਕਰਵਾਉਣਾ ਚਾਹੁੰਦੇ ਨੇ। ਔਰ ਜਿਹੜੇ ਲੋਕੀ ਹਜੇ ਨਹੀਂ ਸ਼ੋਰ ਕਿ ਉਹਨਾਂ ਨੇ ਸ਼ਾਟ ਲਗਵਾਉਣਾ ਹੈ ਕਿ ਨਹੀਂ ਲਗਵਾਉਣਾ, ਉਹਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਹੁਣ ਸਿਰਫ 9% ਕੈਨੇਡੀਅਨਸ ਰਹਿ ਗਏ ਨੇ ਜਿਹੜੇ ਕਿ ਕਹਿ ਰਹੇ ਨੇ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ। ਜਦਕਿ ਅਲਬਰਟਾ ਔਰ ਸਸਕੈਚੁਆਨ ਦੇ ਵਿੱਚ ਦੇਖਿਆ ਜਾਏ ਤੇ ਸਭ ਤੋਂ ਜ਼ਿਆਦਾ ਜਿਹੜੇ ਦੇਸ਼ ਦੇ ਵਿੱਚ ਇੱਥੇ ਲੋਕ ਨੇ ਜਿਨ੍ਹਾਂ ਨੂੰ ਕਿ ਵੈਕਸੀਨ ਲਗਵਾਉਣ ਤੋਂ ਪਰਹੇਜ਼ ਲੱਗਦਾ ਹੈ। 18% ਲੋਕ ਜਿਹੜੇ ਨੇ ਅਲਬਰਟਾ ਔਰ ਸਸਕੈਚੁਆਨ ਦੇ ਵਿੱਚ ਜਿਹੜੇ ਕਿ ਹਜੇ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ। ਜਦਕਿ ਬਾਕੀ ਕੈਨੇਡਾ ਭਰ ਦੇ ਵਿੱਚ ਲੋਕੀ ਜਿਹੜੇ ਨੇ ਵੈਕਸੀਨ ਲਗਵਾਉਣ ਨੂੰ ਬਹੁਤ ਜ਼ਿਆਦਾ ਜਿਹੜੇ ਉਤਸੁਕ ਹੈਗੇ ਇਸ ਵੇਲੇ। ਔਰ ਪਹਿਲੀ ਡੋਜ਼ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜੀ ਪਹਿਲੀ ਡੋਜ਼ ਜਿਹੜੀ ਮਿਲ ਚੁੱਕੀ ਹੈ ਔਰ ਤਕਰੀਬਨ 57% ਕੈਨੇਡੀਅਨ ਜਿਹੜੇ ਹੈਗੇ ਆ ਉਹਨਾਂ ਦਾ ਮੰਨਣਾ ਹੈ ਕਿ ਪ੍ਰਾਇੋਰਿਟੀ ਜਿਹੜੀ ਦੇਣੀ ਚਾਹੀਦੀ ਹੈ ਉਹ ਫਸਟ ਔਰ ਸੈਕਿੰਡ ਡੋਜ਼ਸ ਨੂੰ ਦੋਨਾਂ ਨੂੰ ਦੇਣੀ ਚਾਹੀਦੀ ਹੈ ਹੁਣ ਇਸ ਵੇਲੇ। ਪਰ ਤਕਰੀਬਨ ਜਿਹੜੇ ਚੌਥਾਈ ਜਿਹੜੇ ਰਿਸਪੋਂਡੈਂਟਸ ਹੈਗੇ ਆ ਇਸ ਸਰਵੇ ਦੇ, ਉਹਨਾਂ ਦਾ ਕਹਿਣਾ ਹੈ ਕਿ ਪ੍ਰਾਇੋਰਿਟੀ ਜਿਹੜੀ ਹੈ ਫਸਟ ਡੋਜ਼ਸ ਨੂੰ ਦੇਣੀ ਚਾਹੀਦੀ ਹੈ। ਜਦਕਿ 16% ਦਾ ਕਹਿਣਾ ਹੈ ਕਿ ਸੈਕਿੰਡ ਡੋਜ਼ ਨੂੰ ਵੀ ਓਨੀ ਹੀ ਪ੍ਰਾਇੋਰਿਟੀ ਦੇਣੀ ਚਾਹੀਦੀ ਹੈ, ਉਹ ਵੀ ਓਨਾ ਫੋਕਸ ਉਸ ਦੇ ਉੱਪਰ ਦੇਣਾ ਚਾਹੀਦਾ ਹੈ। 3 ਵਿੱਚੋਂ 2 ਕੈਨੇਡੀਅਨਸ ਦਾ ਕਹਿਣਾ ਹੈ ਕਿ 1 ਡੋਜ਼ ਉਹਨਾਂ ਨੇ ਵੈਕਸੀਨ ਦੀ ਲਗਵਾ ਲਈ ਹੈ, ਪਰ 10 ਚੋਂ 1 ਦਾ ਕਹਿਣਾ ਹੈ ਕਿ ਉਹਨਾਂ ਨੇ ਦੋਨੋਂ ਡੋਜ਼ਸ ਜਿਹੜੀਆਂ ਲਗਵਾ ਲਈਆਂ ਨੇ। ਤੇ ਵੈਕਸੀਨੇਸ਼ਨ ਬੜੀ ਜਲਦੀ ਹੋ ਰਹੀ ਹੈ। 1.2 ਮਿਲੀਅਨ ਲੋਕ ਜਿਹੜੇ ਨੇ ਉਹ ਫੁੱਲੀ ਵੈਕਸੀਨੇਟ ਹੋ ਜਾਣਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ। ਔਰ ਇਹ ਜਿਹੜਾ ਵੈਕਸੀਨ ਦੀ ਸਪਲਾਈ ਜ਼ਿਆਦਾ ਆਉਣ ਕਰਕੇ ਵੀ ਵੈਕਸੀਨ ਲੱਗ ਰਹੀ ਹੈ। ਤਕਰੀਬਨ 8 ਮਿਲੀਅਨ ਕੋਵਿਡ-19 ਦੀ ਜਿਹੜੀ ਵੈਕਸੀਨ ਦੀ ਜਿਹੜੀ ਡੋਜ਼ਸ ਨੇ ਇੱਕ ਹਫ਼ਤੇ ਆਈਆਂ ਨੇ, ਕਿਉਂਕਿ ਮੋਡਰਨਾ ਤੋਂ ਵੀ ਕਾਫੀ ਸਾਰੀ ਜਿਹੜੀ ਹੈ ਮੈਡੀਸਿਨ ਜਿਹੜੀ ਇਸ ਵਾਰੀ ਵੈਕਸੀਨ ਆਈ ਹੈ, ਜਿਸ ਦੇ ਵਿੱਚ 5.8 ਮਿਲੀਅਨ ਦੇ ਜਿਹੜੇ 2 ਸੈਪਰੇਟ ਸ਼ਿਪਮੈਂਟਸ ਜਿਹੜੀਆਂ ਇਸ ਹਫ਼ਤੇ ਆਉਣਗੀਆਂ। ਇਸ ਕਰਕੇ ਵੀ ਸਰਕਾਰ ਦਾ ਬਹੁਤ ਜ਼ਿਆਦਾ ਫੋਕਸ ਹੈਗਾ ਕਿ ਜਲਦੀ ਤੋਂ ਜਲਦੀ ਜਿਹੜਾ ਲੋਕਾਂ ਨੂੰ ਵੈਕਸੀਨੇਟ ਕਰ ਦਿੱਤਾ ਜਾਏ। ਔਰ ਓਨਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਵੀ ਇਸ ਵੇਲੇ ਉਤਸ਼ਾਹ ਹੈ ਕਿ ਜਲਦੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਉਹ ਕੰਪਲੀਟ ਕਰ ਲਿੱਤੀ ਜਾਏ। ਔਰ ਤੁਹਾਨੂੰ ਯਾਦ ਹੋਏਗਾ ਉਹ ਵੀ ਇੱਕ ਸਮਾਂ ਸੀ ਜਦੋਂ ਲੋਕ ਵੈਕਸੀਨ ਲਗਾਉਣ ਤੋਂ ਡਰਦੇ ਸੀ,
ਕਿ ਪਤਾ ਨਹੀਂ ਇਹਦਾ ਕੀ ਸਾਈਡ ਇਫੈਕਟ ਹੋਏਗਾ। ਔਰ ਬਹੁਤ ਲੋਕਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਨਹੀਂ ਲਗਵਾਉਣਾ। ਉਹ ਵੀ ਸਮਾਂ ਸੀ ਜਦੋਂ 100 ਚੋਂ 60% ਲੋਕ ਹੀ ਵੈਕਸੀਨ ਲਗਾਉਣ ਦੇ ਲਈ ਚਾਹਵਾਨ ਸਨ। ਫਿਰ 70 ਹੋਏ, ਫਿਰ 80 ਹੋਏ। ਔਰ ਖੁਸ਼ੀ ਦੀ ਗੱਲ ਹੁਣ ਇਹ ਹੈ ਕਿ ਹੁਣ 90% ਲੋਕ ਇਹ ਕਹਿਣ ਲੱਗ ਪਏ ਕਿ ਅਸੀਂ ਵੈਕਸੀਨ ਲਗਵਾਉਣ ਨੂੰ ਤਿਆਰ ਹਾਂ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਿਹੜੇ ਅਲਬਰਟਾ ਔਰ ਸਸਕੈਚੁਆਨ ਵਰਗੇ ਸੂਬੇ ਉਹ ਨੇ ਜਿੱਥੇ ਗੋਰੇ ਲੋਕ ਰਹਿੰਦੇ ਆ, ਕੱਟੜ ਗੋਰੇ, ਜਿਹਨਾਂ ਨੂੰ ਅਸੀਂ ਵਾਈਟ ਸੁਪਰਮੈਸਿਸਟ ਵੀ ਕਹਿ ਦਿੰਦੇ ਹਾਂ। ਇਹ ਲੋਕ ਡੋਨਲਡ ਟਰੰਪ ਦੇ ਹਮਾਇਤੀ ਜਿਹੜੇ ਟਰੰਪ ਲੋਕ ਨੇ ਉਹਨਾਂ ਵਰਗੇ ਲੋਕ ਨੇ। ਔਰ ਤੁਹਾਨੂੰ ਪਤਾ ਹੈ ਅਮਰੀਕਾ 'ਚ ਵੀ ਡੋਨਲਡ ਟਰੰਪ ਦੇ ਜਿਹੜੇ ਹਮਾਇਤੀ ਜਿਹੜੇ ਕਹਿੰਦੇ ਕਿ ਅਸੀਂ ਕੋਈ ਪਰਵਾਹ ਨਹੀਂ ਕਰਦੇ ਕੋਵਿਡ ਦੀ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਕੋਈ ਡਰਨ ਦੀ ਲੋੜ ਨਹੀਂ ਹੈ, ਕੋਈ ਮਾਸਕ ਪਾਉਣ ਦੀ ਲੋੜ ਨਹੀਂ ਹੈ, ਕੋਈ ਟੀਕੇ ਲਗਾਉਣ ਦੀ ਲੋੜ ਨਹੀਂ ਹੈ। ਤੋ ਅਲਬਰਟਾ ਔਰ ਸਸਕੈਚੁਆਨ ਇਹ ਦੋਨੋਂ ਸੂਬਿਆਂ ਦੇ ਵਿੱਚ ਐਸੇ ਲੋਕਾਂ ਦੀ ਗਿਣਤੀ ਤੁਹਾਨੂੰ ਪਤਾ ਜ਼ਿਆਦਾ ਹੈ। ਅੰਟਾਰੀਓ ਵਰਗੇ ਸੂਬੇ ਜਿੱਥੇ ਜ਼ਿਆਦਾ ਇਮੀਗ੍ਰੈਂਟ ਰਹਿੰਦੇ ਹੈ, ਬਾਹਰੋਂ ਆਏ ਹੋਏ ਲੋਕ ਜ਼ਿਆਦਾ ਕਰਕੇ ਇੱਥੇ ਰਹਿੰਦੇ ਹੈ। ਇੱਥੇ ਤੁਸੀਂ ਦੇਖੋ ਕਿੰਨਾ ਫਰਕ ਹੈ ਉਹਨਾਂ ਦੋ ਸੂਬਿਆਂ ਨਾਲੋਂ। ਪਰ ਤੁਸੀਂ ਪਲੀਜ਼ ਇਸ ਗੱਲ ਨੂੰ ਬਾਰ-ਬਾਰ ਯਾਦ ਰੱਖੋ ਕਿ ਇਹ ਸਾਇੰਸ ਹੈ, ਕੋਈ ਅੰਧ ਵਿਸ਼ਵਾਸ ਨਹੀਂ ਹੈ। ਇਸ ਅੰਧ ਵਿਸ਼ਵਾਸ 'ਚ ਨਹੀਂ ਪੈਣਾ। ਇਹ ਸਾਇੰਸ ਹੈ, ਟਰਾਇਲ ਹੁੰਦੇ ਹੈ। ਇਹ ਵੈਕਸੀਨ ਜਿਹੜੇ ਜਦੋਂ ਬਣਾਏ ਜਾਂਦੇ ਆ ਤੇ ਸਾਰੀਆਂ ਪ੍ਰਕਿਰਿਆਵਾਂ 'ਚੋਂ ਗੁਜ਼ਰ ਕੇ ਫਿਰ ਤੁਹਾਡੇ ਤੱਕ ਪਹੁੰਚਦੇ ਆ। ਔਰ ਤੁਸੀਂ ਉਸ ਦਾ ਅਸਰ ਆਪ ਹੀ ਦੇਖ ਰਹੇ ਹੋ ਕਿ ਜਿਉਂ ਵੈਕਸੀਨੇਸ਼ਨ ਵੱਧ ਰਹੀ ਹੈ ਅੰਟਾਰੀਓ ਦੇ ਵਿੱਚ, ਤਿਉਂ ਨੰਬਰ ਘਟਦੇ ਜਾ ਰਹੇ ਆ। ਅਸੀਂ ਹੁਣ 300 ਤੋਂ ਵੀ ਥੱਲੇ ਆ ਗਏ ਹਾਂ। ਕਾਸ਼ ਕਿ ਉਹ ਦਿਨ ਆਵੇ ਬੜੀ ਜਲਦੀ ਜਦੋਂ 100 ਤੋਂ ਵੀ ਥੱਲੇ ਕੇਸ ਆ ਜਾਣ, ਤੇ ਫਿਰ ਉਹ ਵੀ ਦਿਨ ਆਵੇ ਜਦੋਂ ਕੋਈ ਕੇਸ ਐਕਟਿਵ ਸਾਡੇ ਇਸ ਪ੍ਰੋਵਿੰਸ 'ਚ ਨਹੀਂ ਰਹੇ। ਇਹ ਇੰਪੋਸੀਬਲ ਨਹੀਂ ਹੈ। ਤੁਸੀਂ ਜਾਣਦੇ ਹੋ ਨਿਊਜ਼ੀਲੈਂਡ ਵਰਗਾ ਮੁਲਕ ਜਿੱਥੇ ਇੱਕ ਵੀ ਸਿੰਗਲ ਕੇਸ ਐਕਟਿਵ ਦਾ ਕਰੋਨਾ ਵਾਇਰਸ ਦਾ ਨਹੀਂ ਹੈ, ਇੱਕ ਸਿੰਗਲ ਕੇਸ ਵੀ ਐਕਟਿਵ ਨਹੀਂ ਹੈ। ਇਹਦਾ ਮਤਲਬ ਇਹੀ ਹੈ ਕਿ ਇਹ ਅੰਟਾਰੀਓ 'ਚ, ਇਹ ਕੈਨੇਡਾ 'ਚ ਵੀ ਸੰਭਵ ਹੈ। ਪਰ ਲੋੜ ਇਹੀ ਹੈ ਕਿ ਵੈਕਸੀਨੇਸ਼ਨ ਔਰ ਫੋਲੋਇੰਗ ਦਾ ਆਲ ਦਾ ਇੰਸਟਰਕਸ਼ਨਸ। ਜੀ ਹਾਂ, ਔਰ ਜੇ ਬ੍ਰਿਟੇਨ ਦੀ ਗੱਲ ਕਰੀਏ ਤਾਂ ਅਸੀਂ ਡੈਲਟਾ ਵੇਰੀਐਂਟ ਦੀ ਗੱਲ ਕਰ ਹੀ ਰਹੇ ਹਾਂ। ਉੱਥੇ ਇੱਕ ਸਟੱਡੀ ਹੋਈ ਹੈ ਜਿਸ ਦੇ ਮੁਤਾਬਿਕ ਇਹ ਦੇਖਿਆ ਗਿਆ ਹੈ ਕਿ ਜਿਹੜਾ ਫਾਈਜ਼ਰ ਦੀ ਵੈਕਸੀਨ ਹੈ ਔਰ ਇਸ ਦੇ ਨਾਲ ਜਿਹੜੀ ਆਕਸਫੋਰਡ ਦੀ ਐਸਟਰਾਜ਼ੈਨੇਕਾ ਵੈਕਸੀਨਸ ਨੇ, ਇਹ ਦੋਨੋਂ ਬਹੁਤ ਜ਼ਿਆਦਾ ਵਧੀਆ ਵੈਕਸੀਨਸ ਨੇ ਲੋਕਾਂ ਨੂੰ ਹਸਪੀਟਲ ਤੋਂ ਬਾਹਰ ਰੱਖਣ ਦੇ ਵਾਸਤੇ। ਸਿਰਫ ਇੱਕ ਡੋਜ਼ ਦੇ ਨਾਲ ਵੀ ਇਹਨਾਂ ਦੇ ਨਾਲ ਇੰਨਾ ਬਚਾਅ ਹੁੰਦਾ ਹੈ ਕਿ ਲੋਕਾਂ ਨੂੰ ਹਸਪੀਟਲ ਆਉਣ ਦੀ ਲੋੜ ਨਹੀਂ ਪੈਂਦੀ। ਔਰ ਇੱਕ ਸਟੱਡੀ ਕੀਤੀ ਗਈ ਹੈ 14,000 ਲੋਕਾਂ ਦੇ ਉੱਪਰ। ਇਹ ਸਟੱਡੀ ਹੋਈ ਹੈ 12 ਅਪ੍ਰੈਲ ਤੋਂ ਲੈ ਕੇ 4 ਜੂਨ ਦੇ ਵਿੱਚ, ਜਿਨ੍ਹਾਂ ਲੋਕਾਂ ਨੂੰ ਡੈਲਟਾ ਵੇਰੀਐਂਟ ਦਾ ਜਿਹੜਾ ਹੈ ਇਹ ਵਾਇਰਸ ਹੋਇਆ ਸੀਗਾ। 14,000 ਲੋਕ ਸੀਗੇ ਜਿਨ੍ਹਾਂ ਨੂੰ ਡੈਲਟਾ ਵੇਰੀਐਂਟ ਹੋਇਆ ਸੀਗਾ। ਔਰ ਇਹ ਦੇਖਿਆ ਗਿਆ ਕਿ 2 ਡੋਜ਼ਿਸ ਤੋਂ ਬਾਅਦ ਜਿਹੜੀਆਂ ਵੈਕਸੀਨ ਦੀਆਂ 90% ਇਹ ਇਫੈਕਟਿਵ ਹੈਗਾ ਇਹ ਵੈਕਸੀਨ ਲੋਕਾਂ ਨੂੰ ਹਸਪੀਟਲ ਤੋਂ ਦੂਰ ਰੱਖਣ ਦਾ, ਹਸਪੀਟਲ ਤੋਂ ਬਚਾ ਕੇ ਰੱਖਣ ਦਾ। ਪਹਿਲੀ ਡੋਜ਼ ਜਿਹੜੀ ਫਾਈਜ਼ਰ ਦੀ ਲੱਗਣ ਤੋਂ ਬਾਅਦ 94% ਉਸ ਦੀ ਇਫੈਕਟਿਵਨੈਸ ਹੈਗੀ ਹੈ ਹਸਪੀਟਲਾਈਜੇਸ਼ਨ ਦੇ ਅਗੇਂਸਟ। ਔਰ ਜੇ ਐਸਟਰਾਜ਼ੈਨੇਕਾ ਦੀ ਗੱਲ ਕਰੀਏ ਤਾਂ ਉਹਦੀ ਪਹਿਲੀ ਡੋਜ਼ ਤੋਂ ਬਾਅਦ 71% ਤੁਹਾਨੂੰ ਜਿਹੜੇ ਹੈ ਸੇਫਟੀ ਮਿਲਦੀ ਹੈ ਕਿ ਤੁਹਾਨੂੰ ਹਸਪੀਟਲ ਜਾਣ ਦੀ ਲੋੜ ਨਹੀਂ ਪੈਂਦੀ। ਔਰ ਇਹ ਕੈਨੇਡਾ ਵਾਸਤੇ ਬੜੀ ਵਧੀਆ ਨਿਊਜ਼ ਇਸ ਕਰਕੇ ਵੀ ਹੈਗੀ ਹੈ ਕਿ ਕੈਨੇਡਾ ਨੇ ਆਪਣੀ ਜਿਹੜੀ ਵੈਕਸੀਨ ਸਟ੍ਰੈਟੇਜੀ ਹੈ ਉਹ ਇਨੀਸ਼ੀਅਲੀ ਇਸ ਤਰ੍ਹਾਂ ਕੀਤਾ ਸੀਗਾ ਕਿ ਸੈਕਿੰਡ ਡੋਜ਼ ਜਿਹੜੀ ਇੰਟਰਵਲ ਭਾਵੇਂ ਵਧਾ ਦਿੱਤੀ ਸੀਗੀ ਤਾਂ ਕਿ ਪਹਿਲੀ ਡੋਜ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲ ਸਕੇ। ਪਰ ਯੂਕੇ ਦੇ ਜਿਹੜੇ ਹੈਲਥ ਔਰ ਸੋਸ਼ਲ ਕੇਅਰ ਸੈਕਟਰੀ ਹੈਗੇ ਨੇ ਮੈਟ ਹੈਨਕੌਕ, ਉਹਨਾਂ ਨੇ ਕਿਹਾ ਕਿ ਇਹ ਬੜਾ ਵਧੀਆ ਸਾਨੂੰ ਇੱਕ ਐਵੀਡੈਂਸ ਮਿਲਦਾ ਹੈ। ਇਸ ਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਦੋਨੋਂ ਡੋਜ਼ਿਸ ਜਿਹੜੀਆਂ ਨੇ ਇਹ ਲੈਣ ਦੇ ਨਾਲ ਇਹ ਵੇਰੀਐਂਟਸ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਨੇ ਆ। ਤੇ ਇਸ ਕਰਕੇ ਸੈਕਿੰਡ ਜੈਬ ਵੀ ਲੈਣਾ, ਸੈਕਿੰਡ ਇੰਜੈਕਸ਼ਨ ਵੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਔਰ ਜੇ ਤੁਸੀਂ ਆਪਣੀ ਸੈਕਿੰਡ ਵੈਕਸੀਨ ਦੀ ਅਪਾਇੰਟਮੈਂਟ ਹਜੇ ਨਹੀਂ ਬੁੱਕ ਕਰਾਈ ਤੇ ਜਲਦੀ ਬੁੱਕ ਕਰਾਓ, ਕਿਉਂਕਿ ਇਸ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਹੈ ਰਿਕਵਰ ਹੋ ਜਾਓਗੇ ਤੁਸੀਂ ਸਾਰੇ ਇਸ ਪੈਂਡੇਮਿਕ ਤੋਂ। ਔਰ ਇਹ ਵੀ ਕਿਹਾ ਗਿਆ ਹੈ ਹੈਲਥ ਮਿਨਿਸਟਰੀ ਵੱਲੋਂ ਕਿ ਜਿਨ੍ਹਾਂ ਨੇ ਦੂਸਰੀ ਵੈਕਸੀਨ ਆਪਣੀ ਬੁੱਕ ਕਰਾਣੀ ਹੈ ਤੇ ਉਹਨਾਂ ਦੇ ਕੋਲ ਜਿਨ੍ਹਾਂ ਨੇ ਖਾਸ ਕਰਕੇ ਐਸਟਰਾਜ਼ੈਨੇਕਾ ਦਾ ਪਹਿਲਾ ਸ਼ਾਟ ਲਗਾਇਆ ਹੋਇਆ ਹੈ ਤੇ ਉਹ ਜਿਹੜਾ ਹੈ mRNA ਵੈਕਸੀਨ ਦਾ ਵੀ ਸ਼ਾਟ ਲੈ ਸਕਦੇ ਹੈ, ਭਾਵੇਂ ਕਿ ਫਾਈਜ਼ਰ ਜਾਂ ਮੋਡਰਨਾ ਦਾ। ਔਰ ਜੇ ਪੋਸੀਬਿਲਿਟੀ ਹੈ ਕਿ ਕਈ ਜਿਹਨੂੰ ਫਾਈਜ਼ਰ ਦਾ ਸ਼ਾਟ ਮਿਲਿਆ ਤੇ ਜੇ ਅਵੇਲੇਬਿਲਿਟੀ ਦੇ ਕੁਝ ਚੱਕਰ ਹੋਏਗਾ ਤਾਂ ਫਿਰ ਉਹਨਾਂ ਨੂੰ ਫਾਈਜ਼ਰ ਵਾਲਿਆਂ ਨੂੰ ਮੋਡਰਨਾ ਵੀ ਲਗਾਇਆ ਜਾ ਸਕਦਾ ਹੈ, ਮੋਡਰਨਾ ਵਾਲਿਆਂ ਨੂੰ ਫਾਈਜ਼ਰ ਵੀ ਲਗਾਇਆ ਜਾ ਸਕਦਾ ਹੈ। ਤੇ ਇਸ ਨੂੰ ਮਿਕਸ ਕਰਨ ਦੇ ਵਿੱਚ ਜਿਹੜਾ ਹੈ ਪੂਰੀ ਸੇਫਟੀ ਹੈਗੀ ਹੈ ਕਿ ਜਿਹੜੀ ਮਿਕਸਡ ਵੈਕਸੀਨੇਸ਼ਨ ਵੀ ਕੀਤੀ ਜਾ ਸਕਦੀ ਹੈ। ਆਪਣੇ ਪਰਿਵਾਰ ਨੂੰ ਤੁਸੀਂ ਅਗਰ ਸੇਫ ਰੱਖਣਾ ਚਾਹੁੰਦੇ ਹੋ, ਫਾਈਨੈਂਸ਼ੀਅਲ ਮੈਟਰਸ ਤੋਂ ਕੋਈ ਕਦੀ ਮੁਸ਼ਕਲ ਨਾ ਆਵੇ ਤੇ ਉਹਦੀ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ। ਇਹ ਕਹਿਣਾ ਹੈ ਪੁਨੀਤ ਗੋਇਲ ਦਾ। ਬੜੇ ਹੋਣਹਾਰ ਨੇ, ਬੜੇ ਮਿਹਨਤੀ ਨੇ, ਬੜੇ ਪੈਸ਼ਨ ਦੇ ਨਾਲ ਇਸ ਫੀਲਡ 'ਚ ਕੰਮ ਕਰ ਰਹੇ ਹੈ ਔਰ ਸਫਲ ਬਹੁਤ ਹੋ ਰਹੇ ਹੈ। ਸੋ ਤੁਸੀਂ ਅਗਰ ਕੋਈ ਪਲਾਨ ਲੈਣਾ ਹੈ ਜਿਹਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਮੈਟਰਸ ਦੇ ਵਿੱਚ ਸਿਕਿਉਰ ਕਰਨਾ ਚਾਹੁੰਦੇ ਹੋ, ਸੁਖੀ ਰੱਖਣਾ ਹੈ ਆਪਣੇ ਪਰਿਵਾਰ ਨੂੰ, ਤਾਂ ਉਹਨਾਂ ਦੇ ਲਈ ਫਿਰ ਵਧੀਆ ਪਲਾਨ ਜ਼ਰੂਰ ਲੈ ਕੇ ਰੱਖੋ। ਫੈਮਿਲੀ ਪਲਾਨ ਕਈ ਤਰ੍ਹਾਂ ਦੇ ਇਹਨਾਂ ਕੋਲ ਅਵੇਲੇਬਲ ਹੈ, ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਓ।
ਨੰਬਰ ਹੈ 4168965678 416-896-5678 ਇਹਨਾਂ ਦਾ ਫ਼ੋਨ ਨੰਬਰ ਹੈ। ਬੈਸਟ ਇੰਸ਼ੋਰੈਂਸ ਦੇ ਕਿਸੇ ਵੀ ਪਲਾਨ ਦੇ ਲਈ ਪੁਨੀਤ ਗੋਇਲ ਨੰਬਰ ਫਿਰ 416-896-5678। ਕੁਝ ਕਮਰਸ਼ੀਅਲ ਤੋਂ ਬਾਅਦ ਅਸੀਂ ਆ ਰਹੇ ਹਾਂ ਵਾਪਸ। ਜੀਤੇ ਯਾਰ ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ, ਜਿੱਥੇ ਸਰਟੀਫਾਈਡ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਮਕੈਨਿਕਾਂ ਦੀ ਟੀਮ ਤੁਹਾਡੇ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ, ਆਇਲ ਤੇ ਫਿਲਟਰ ਚੇਂਜ, ਡਾਇਗਨੋਸਟਿਕ, ਇਲੈਕਟ੍ਰਿਕ ਡਾਇਗਨੋਜ਼, ਇੰਜਨ ਅਤੇ ਟਰਾਂਸਮਿਸ਼ਨ ਦੀ ਰੀਬਿਲਡ ਕਰਦੀ ਏ। ਹਰ ਮੇਕ ਅਤੇ ਮਾਡਲ ਦੇ ਟਰੱਕਾਂ ਦੀ ਰਿਪੇਅਰ ਲਈ ਪਹੁੰਚੋ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਜਾਂ ਕਾਲ ਕਰੋ 9055640002। ਪ੍ਰਾਈਵੇਟ ਮੋਰਗੇਜ ਲਈ ਇੱਕੋ ਹੀ ਨਾਮ ਲੈਂਡਿੰਗ ਸਰਕਲ। ਫਸਟ ਮੋਰਗੇਜ, ਸੈਕੰਡ ਮੋਰਗੇਜ, ਹੋਮ ਇਕੁਇਟੀ ਲੋਨ ਐਂਡ ਡੈਟ ਕੰਸੋਲੀਡੇਸ਼ਨ ਲੋਨ ਵਾਸਤੇ ਲੈਂਡਿੰਗ ਸਰਕਲ ਨਾਲ ਗੱਲ ਕਰੋ। ਜੇ ਤੁਹਾਨੂੰ ਕ੍ਰੈਡਿਟ ਕਾਰਡ ਜਾਂ ਕੋਈ ਹੋਰ ਕਰਜ਼ਾ ਮੋੜਨ ਲਈ ਘਰ ਦੀ ਇਕੁਇਟੀ ਵਿੱਚੋਂ ਪੈਸੇ ਚਾਹੀਦੇ ਹੋਣ ਤੇ ਲੈਂਡਿੰਗ ਸਰਕਲ ਨਾਲ ਗੱਲ ਕਰੋ। ਜੇਕਰ ਤੁਹਾਡੀ ਮੋਰਗੇਜ ਲਾਸਟ ਮਿੰਟ ਤੇ ਰਿਫਿਊਜ਼ ਹੋ ਗਈ ਹੈ ਤੇ ਅਸੀਂ ਫਟਾਫਟ ਸ਼ਾਰਟ ਟਰਮ ਮੋਰਗੇਜ ਫਾਈਨੈਂਸਿੰਗ ਦੇ ਸਕਦੇ ਹਾਂ। ਲੈਂਡਿੰਗ ਸਰਕਲ 647 490 9734 6474909734। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ ਦੀ। ਨਿਊ ਸਮਾਈਲ ਡੈਂਚਰ ਕਲੀਨਿਕ। ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500। ਟ੍ਰੈਫਿਕ ਟਿਕਟਾਂ, ਸਪੀਡਿੰਗ ਦੀ ਟਿਕਟ, ਸਟੰਟ ਡਰਾਈਵਿੰਗ, ਕੇਅਰਲੈਸ ਡਰਾਈਵਿੰਗ। ਤੁਹਾਨੂੰ ਭੁਪਿੰਦਰ ਗਰੇਵਾਲ ਦਾ ਨੰਬਰ ਵੀ ਦੇ ਦਈਏ। ਮੌਰਗੇਜ ਸੈਂਟਰ ਨਾਲੇ ਕੰਮ ਕਰਦੇ ਹੈ। ਮੌਰਗੇਜ ਏਜੰਟ ਭੁਪਿੰਦਰ ਗਿੱਲ, ਭੁਪਿੰਦਰ ਗਰੇਵਾਲ ਮਾਫ ਕਰਨਾ। 5 ਤੋਂ 10% ਡਾਊਨ ਦੇ ਸਕਦੇ ਹੋ। ਮੌਰਗੇਜ ਲੈਣੀ ਹੈ, ਮਿਲ ਜਾਏਗੀ। ਔਰ ਜੇ ਤੁਹਾਨੂੰ ਖੜੇ ਪੈਰ 10-20 ਹਜ਼ਾਰ, 50 ਹਜ਼ਾਰ, ਲੱਖ, 2 ਲੱਖ ਡਾਲਰ ਦੀ ਲੋੜ ਪੈ ਜਾਏ, ਮਿਲੀਅਨ 2 ਮਿਲੀਅਨ ਦੀ ਲੋੜ ਪੈ ਜਾਏ, ਭੁਪਿੰਦਰ ਗਰੇਵਾਲ ਪ੍ਰਾਈਵੇਟ ਫੰਡਸ ਵੀ ਅਰੇਂਜ ਕਰ ਦਿੰਦੇ ਹੈ। ਫਸਟ ਟਾਈਮ ਹੋਮ ਬਾਇਰ ਹੋ, ਸਰਕਾਰ ਦੇ ਬਹੁਤ ਸਾਰੇ ਬੈਨੀਫਿਟਸ ਅਵੇਲੇਬਲ ਹੈ। ਰੀਫਾਈਨੈਂਸਿੰਗ ਵਾਸਤੇ, ਪ੍ਰੀ ਅਪਰੂਵਲ ਵਾਸਤੇ ਕਾਲ ਕਰੋ 6478669905 647 866 9905 ਇਹਨਾਂ ਦਾ ਫੋਨ ਨੰਬਰ ਹੈ। ਔਰ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਰਾਤ ਨੂੰ 8 ਵਜੇ ਪ੍ਰਵਾਸੀ TV ਤੇ ਟੌਪ 8 ਐਟ 8 ਪ੍ਰੋਗਰਾਮ ਦੇ ਵਿੱਚ ਅਸੀਂ ਦੁਬਾਰਾ ਤੋਂ ਬਹੁਤ ਸਾਰੀਆਂ ਅਹਿਮ ਖਬਰਾਂ ਰਿਪੀਟ ਵੀ ਕਰਦੇ ਹਾਂ। ਤਾਂ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਜੇ ਦਿਨ ਵਿੱਚ ਕੋਈ ਪ੍ਰੋਗਰਾਮ ਸਾਡਾ ਮਿਸ ਵੀ ਕਰ ਜਾਓ, ਕੋਈ ਗੱਲ ਨਹੀਂ, ਰਾਤ ਨੂੰ ਟੌਪ 8 ਐਟ 8 ਪ੍ਰੋਗਰਾਮ ਦੇਖਣਾ ਨਾ ਭੁੱਲਣਾ। ਇਹਦੇ ਵਿੱਚ ਕੁਝ ਖਾਸ ਇੰਟਰਵਿਊਜ਼ ਵੀ ਅਸੀਂ ਕਰਦੇ ਹਾਂ। ਇਹਦੇ ਵਿੱਚ ਅਸੀਂ ਕੁਝ ਹੋਰ ਵੀ ਤੁਹਾਡੇ ਲਈ ਦਿਨ ਭਰ ਦੀਆਂ 8 ਚੋਣਵੀਆਂ ਖਬਰਾਂ ਵੀ ਪੇਸ਼ ਕਰਦੇ ਹਾਂ। ਤਾਂ ਪ੍ਰਵਾਸੀ TV 'ਚ ਅਗਰ ਐਡ ਦੇਣੀ ਹੈ, ਪ੍ਰਵਾਸੀ ਰੇਡੀਓ, ਪ੍ਰਵਾਸੀ ਅਖਬਾਰ, ਪ੍ਰਵਾਸੀ ਦੀ ਸਾਡੀ BTA ਬਿਜ਼ਨਸ ਪੇਜ ਡਾਇਰੈਕਟਰੀ, ਤਾਂ ਨੰਬਰ 9056730600। ਪ੍ਰਵਾਸੀ ਦੇ ਹੈੱਡ ਆਫਿਸ ਨਾਲ ਗੱਲ ਕਰੋ 9056730600 ਹੈ ਸਾਡਾ ਫੋਨ ਨੰਬਰ। ਔਰ ਹੁਣ ਤੁਹਾਨੂੰ ਅਸੀਂ ਪ੍ਰਵਾਸੀ ਦੇ ਚੰਡੀਗੜ੍ਹ ਆਫਿਸ ਲੈ ਕੇ ਜਾ ਰਹੇ ਹਾਂ, ਉੱਥੋਂ ਸੁਣਾ ਰਹੇ ਹਾਂ ਤੁਹਾਨੂੰ ਅਸੀਂ ਖਬਰਾਂ। ਸਸਪੈਂਡਡ ਲਾਇਸੈਂਸ ਤੇ ਗੱਡੀ ਚਲਾਉਣਾ ਜਾਂ ਫਿਰ ਰੈੱਡ ਲਾਈਟ ਕੈਮਰੇ ਦੀ ਟਿਕਟ ਹੋਵੇ। ਪੁਆਇੰਟ ਸੇਵਰ ਦੇ ਕਾਨੂੰਨੀ ਐਕਸਪਰਟ ਅਫੋਰਡੇਬਲ ਆਪਸ਼ਨਾਂ ਨਾਲ ਤੁਹਾਡੇ ਜੁਰਮਾਨੇ ਘੱਟ ਜਾਂ ਫਿਰ ਮਾਫ ਕਰਵਾ ਸਕਦੇ ਹਨ। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844 764 6877। इस तेज चलते वक्त में एक सही फैसला ही आपकी कामयाबी है। एक सही फैसला जो आपकी मेहनत को समर दे, जो आपके इंतजार को मंजिल तक पहुंचाए। इसीलिए तो साल हर साल से आपका जाना पहचाना नाम वाजिद मलिक है हर वक्त आपके साथ। A real estate and investment expert, South Asian community की जान। From condo, townhouse, house,
या हो कोई मेगा कमर्शियल प्रोजेक्ट, इनके लिए है हर क्लाइंट इक्वली इंपॉर्टेंट। वाजिद मलिक। So call now 416-827-3333, 416-827-3333 or visit wajidmalik.com. Proven, trusted name in the community. ਸਤਿ ਸ਼੍ਰੀ ਅਕਾਲ, ਮੈਂ ਹਾਂ ਜੋਤੀ ਜੱਸਲ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਮੁੱਖ ਖਬਰਾਂ ਦੇ ਨਾਲ। ਵੈਕਸੀਨ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ, ਸੁਖਬੀਰ ਬਾਦਲ ਸਣੇ ਕਈ ਗ੍ਰਿਫਤਾਰ। ਫਿਰ ਚਰਚਾ 'ਚ ਕੈਪਟਨ ਦੀ ਬਾਦਲ ਨਾਲ ਨੇੜਤਾ, ਕਈ ਕਾਂਗਰਸੀ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਕਰਵਾਇਆ ਜਾਣੂ। ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ। ਪੰਜਾਬ ਦਾ ਸਾਬਕਾ ਪੁਲਿਸ ਅਧਿਕਾਰੀ ਬਲਕਾਰ ਸਿੰਘ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ। ਰਾਘਵ ਚੱਡਾ ਬੋਲੇ, ਹੁਣ ਸਾਬਕਾ ਪੁਲਿਸ ਅਧਿਕਾਰੀ ਰਾਜਨੀਤੀ ਦੇ ਮੈਦਾਨ 'ਚ ਨਿਭਾਉਣਗੇ ਸ਼ਾਨਦਾਰ ਸੇਵਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਆਪਣੇ ਨਵੇਂ ਸਾਥੀ ਬਸਪਾ ਦੇ ਵਰਕਰਾਂ ਸਮੇਤ ਫਾਰਮ ਹਾਊਸ ਵੱਲ ਜਦ ਵਧਣੇ ਸ਼ੁਰੂ ਹੋਏ ਤਾਂ ਪੁਲਿਸ ਨਾਲ ਤਕੜੀ ਝੜਪ ਹੋਈ ਹੈ। ਪੁਲਿਸ ਵੱਲੋਂ ਪਾਣੀ ਦੀਆਂ ਵਿਛਾੜਾਂ ਚਲਾਈਆਂ ਗਈਆਂ ਤੇ ਵਰਕਰਾਂ ਤੇ ਪੁਲਿਸ ਦਰਮਿਆਨ ਧੱਕਾ ਮੁੱਕੀ ਵੀ ਹੋਈ ਹੈ। ਇਸ ਦੌਰਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਵਰਕਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਅਕਾਲੀ ਦਲ ਇਹ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਪੰਜਾਬ ਵਿੱਚ ਹੋਏ ਵੈਕਸੀਨ ਤੇ ਫਤਿਹ ਕਿੱਟ ਦੇ ਘਟਾਲੇ ਨੂੰ ਲੈ ਕੇ ਕਰ ਰਿਹਾ ਸੀ। ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਿੱਧਰ ਨੂੰ ਜਾਏਗਾ, ਇਸ ਬਾਰੇ ਅਜੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪੰਜਾਬ ਦੇ ਜ਼ਿਆਦਾਤਰ ਵਿਧਾਇਕਾਂ ਤੇ ਮੰਤਰੀਆਂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਕੈਪਟਨ ਅਮਰਿੰਦਰ ਉੱਤੇ ਦਬਾਅ ਪਾਉਣ ਤਾਂ ਕਿ ਬਾਦਲ ਪਰਿਵਾਰ ਨਾਲ ਮੁੱਖ ਮੰਤਰੀ ਦੀਆਂ ਨਜ਼ਦੀਕੀਆਂ ਦਾ ਖਮਿਆਜਾ ਪਾਰਟੀ ਨੂੰ ਨਾ ਭੁਗਤਣਾ ਪਏ। ਧਿਆਨ ਰਹੇ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਾ ਮਿਲਣ ਕਰਕੇ ਕੈਪਟਨ ਅਮਰਿੰਦਰ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ। ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਲਈ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀਆਂ ਅਟਕਲਾਂ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸਿੱਧੂ ਪਹਿਲਾਂ ਪਾਰਟੀ ਹਾਈਕਮਾਨ ਅਤੇ ਫਿਰ 3 ਮੈਂਬਰੀ ਕਮੇਟੀ ਨੂੰ ਸਪਸ਼ਟ ਕਹਿ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਦੇ ਅਧੀਨ ਕਿਸੇ ਵੀ ਅਹੁਦੇ ਤੇ ਕੰਮ ਕਰਨਾ ਅਸੰਭਵ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਜਦੋਂ 3 ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਏ ਤਾਂ ਉਹਨਾਂ ਪੰਜਾਬ ਵਿੱਚ ਅਫਸਰਸ਼ਾਹੀ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ। ਉਹਨਾਂ ਕਮੇਟੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਕਾਂਗਰਸੀ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਦੀ ਕੋਈ ਗੱਲ ਹੀ ਨਹੀਂ ਸੁਣਦੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਸਿਆਸੀ ਤੂਫਾਨ ਨੂੰ ਸ਼ਾਂਤ ਕਰਨ ਲਈ ਰਾਹੁਲ ਗਾਂਧੀ ਵੀ ਨਿੱਜੀ ਦਿਲਚਸਪੀ ਲੈ ਰਹੇ ਨੇ। ਰਾਹੁਲ ਨੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਅਤੇ ਕਈ ਸੀਨੀਅਰ ਆਗੂਆਂ ਨਾਲ ਫੋਨ ਤੇ ਗੱਲ ਵੀ ਕਰ ਲਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਸਿਆਸੀ ਰੰਗ ਵੀ ਦੇਖਣ ਨੂੰ ਮਿਲਣਗੇ। ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਵੀ ਘਿਰਾਓ ਕੀਤਾ ਗਿਆ ਤੇ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। 2022 ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਸਿਆਸੀ ਆਗੂ ਵੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਇਸੇ ਦੇ ਤਹਿਤ ਪੁਲਿਸ ਅਧਿਕਾਰੀ ਬਲਕਾਰ ਸਿੰਘ ਵੀ ਆਮ ਆਦਮੀ ਪਾਰਟੀ 'ਚ ਅੱਜ ਸ਼ਾਮਲ ਹੋ ਗਏ ਨੇ। ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਤੇ ਜਲਾਲਾਬਾਦ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਮਹਿਤਾਬ ਸਿੰਘ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ।
ਇਸ ਦੌਰਾਨ ਬਠਿੰਡਾ ਦੇ ਸਮਾਜ ਸੇਵੀ ਜੋਗਿੰਦਰ ਸਿੰਘ ਕਾਕਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ। ਚੰਡੀਗੜ੍ਹ ਵਿਖੇ ਇਸ ਰਸਮੀ ਪ੍ਰੈਸ ਵਾਰਤਾ 'ਚ MLA ਜਰਨੈਲ ਸਿੰਘ ਨੇ ਆਖਿਆ ਕਿ ਸਾਡੇ ਨਾਲ ਰਾਜਨੀਤਿਕ ਆਗੂ, ਖਿਡਾਰੀ, ਵਕੀਲ, ਪੱਤਰਕਾਰ ਤੇ ਸਮਾਜ ਸੇਵੀ ਜੁੜ ਰਹੇ ਨੇ, ਜੋ ਕਿ ਪਾਰਟੀ ਲਈ ਮਾਣ ਵਾਲੀ ਗੱਲ ਹੈ। ਮਹਿਤਾਬ ਸਿੰਘ ਬਾਰੇ ਦੱਸ ਦਈਏ, ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸਰਗਰਮ ਲੀਡਰ ਰਹਿ ਚੁੱਕੇ ਨੇ। ਸਭ ਤੋਂ ਪਹਿਲਾਂ ਉਹ ਜਿਹੜੇ ਮੇਰੇ ਅਜ਼ੀਜ਼ ਨੇ, पार्टी की जिंद जान में आप पार्टी आम आदमी पार्टी की, और उन्होंने किस तरह केजरीवाल की रहनुमाई में पार्टी को बहुत दूर तक पहुँचाया। अब साडा पंजाब भी दिल्ली तो दूजे नंबर से पंजाब में सदिया जाना हो सकता जरनैल सिंह की तकरीर पहले में कर हाँ जी। तो मैं आज मेरी पार्टी शामिल किया, लेकिन थोड़े सामने तो मैं आज शामिल हुआ। ਪਟਿਆਲਾ 'ਚ ETT ਤੇ ਟੈਟ ਪਾਸ ਅਧਿਆਪਕ ਯੂਨੀਅਨ ਤੇ ਪੁਲਿਸ ਦਾ ਕਹਿਰ, ਲਾਠੀਚਾਰਜ ਤੋਂ ਬਾਅਦ 200 ਦੇ ਕਰੀਬ ਕਾਰਕੁਨ ਹਿਰਾਸਤ 'ਚ ਲਏ। ਸਿਹਤ ਮੰਤਰਾਲੇ ਦਾ ਕਹਿਣਾ, ਭਾਰਤ 'ਚ ਹੁਣ ਤੱਕ 26 ਕਰੋੜ ਵਿਅਕਤੀਆਂ ਨੂੰ ਲੱਗ ਚੁੱਕੀ ਹੈ ਕੋਰੋਨਾ ਰੋਕੂ ਵੈਕਸੀਨ। ਦੇਸ਼ 'ਚ ਵੈਕਸੀਨੇਸ਼ਨ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ। ਪੰਜਾਬ 'ਚ ਘੱਟ ਬਿਜਲੀ ਦੀ ਸਪਲਾਈ ਨੂੰ ਲੈ ਕੇ ਕਿਸਾਨਾਂ 'ਚ ਨਿਰਾਸ਼ਾ। ਅੰਮ੍ਰਿਤਸਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਫੂਕੇ ਪੁਤਲੇ ਤੇ ਕੀਤੀ ਗਈ ਨਾਅਰੇਬਾਜ਼ੀ। ਪੰਜਾਬ ਦੇ ਬਹੁਤ ਸਾਰੇ ਬੱਚੇ-ਬੱਚੀਆਂ ਪੜ੍ਹਾਈ ਲਈ ਵਿਦੇਸ਼ਾਂ ਨੂੰ ਜਾਂਦੇ ਨੇ ਅਤੇ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਹੈ। ਇਸੇ ਦੌਰਾਨ ਕਈ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਜਿਹੜੀਆਂ ਮਾਪਿਆਂ ਨੂੰ ਸਦਾ ਲਈ ਸੋਗ ਦੇ ਆਲਮ ਵਿੱਚ ਡੁਬੋ ਦਿੰਦੀਆਂ ਨੇ। ਅਜਿਹੀ ਹੀ ਘਟਨਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਵੀ ਵਾਪਰ ਗਈ, ਜਿਸ ਦੀ ਕੈਨੇਡਾ ਦੇ ਸੂਬੇ ਅੰਟਾਰੀਓ ਦੇ ਵਿਸਾਗਾ ਬੀਚ ਉੱਤੇ ਡੁੱਬਣ ਨਾਲ ਜਾਨ ਚਲੇ ਗਈ। ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਪ੍ਰੀਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹਨਾਂ ਨੇ ਗੁਰਪ੍ਰੀਤ ਨੂੰ 20 ਨਵੰਬਰ 2017 ਨੂੰ ਪੜ੍ਹਨ ਲਈ ਕੈਨੇਡਾ ਭੇਜਿਆ ਸੀ ਤੇ ਉਹ ਹੁਣ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਉੱਤੇ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਗੁਰਪ੍ਰੀਤ ਛੁੱਟੀ ਵਾਲੇ ਦਿਨ ਆਪਣੇ ਦੋਸਤਾਂ ਨਾਲ ਵਿਸਾਗਾ ਬੀਚ ਉੱਤੇ ਨਹਾਉਣ ਲਈ ਚਲਾ ਗਿਆ ਸੀ। ਗੁਰਪ੍ਰੀਤ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬ ਗਿਆ ਤੇ ਉਸ ਦੀ ਜਾਨ ਚਲੇ ਗਈ। ਗੁਰਪ੍ਰੀਤ ਦੇ ਮਾਪਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਏ। ਇਸੇ ਦੌਰਾਨ ਬਰੈਂਪਟਨ ਵਿੱਚ ਵੀ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ਦੌਰਾਨ ਮੋਗਾ ਦੇ ਪਿੰਡ ਦੌਦਰ ਗਰਬੀ ਦੇ ਇੱਕ ਨੌਜਵਾਨ ਸਿਮਰਦੀਪ ਸਿੰਘ ਸੰਧੂ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ। ਸਿਮਰਜੀਤ ਵੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਉਹ ਵੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਬਾਲੀਵੁੱਡ ਅਦਾਕਾਰ ਸੋਨੂ ਸੂਦ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਨੇ। ਉਹ ਅਕਸਰ ਬੇਸਹਾਰਾ, ਗਰੀਬ, ਪਰੇਸ਼ਾਨ ਤੇ ਬਿਮਾਰ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਨੇ, ਜਿਸ ਦੇ ਚੱਲਦਿਆਂ ਲੋਕ ਉਹਨਾਂ ਨੂੰ ਪਹਿਲਾਂ ਤੋਂ ਵੀ ਵੱਧ ਪਿਆਰ ਕਰਨ ਲੱਗੇ ਨੇ। ਹੁਣ ਆਲਮ ਇਹ ਹੈ ਕਿ ਲੋਕ ਮਦਦ ਦੀ ਅਪੀਲ ਲੈ ਕੇ ਅਕਸਰ ਉਹਨਾਂ ਦੇ ਘਰ ਵੀ ਪਹੁੰਚ ਜਾਂਦੇ ਨੇ, ਜਿਨ੍ਹਾਂ ਦੀ ਪਰੇਸ਼ਾਨੀਆਂ ਨੂੰ ਸੋਨੂ ਸੂਦ ਖੁਦ ਸੁਣਦੇ ਨੇ। ਹੁਣ ਇੱਕ ਕੈਂਸਰ ਪੀੜਤ ਅਭਿਸ਼ੇਕ ਨਾਂ ਦਾ ਵਿਅਕਤੀ ਸੋਨੂ ਸੂਦ ਦੇ ਘਰ ਪਹੁੰਚਿਆ। ਇਹ ਵਿਅਕਤੀ ਸੋਨੂ ਸੂਦ ਨੂੰ ਵੇਖਦਿਆਂ ਹੀ ਫੁੱਟ-ਫੁੱਟ ਕੇ ਰੋਣ ਲੱਗਿਆ ਅਤੇ ਸੋਨੂ ਸੂਦ ਦੇ ਪੈਰਾਂ 'ਚ ਡਿੱਗ ਜਾਂਦਾ ਹੈ। ਸੋਨੂ ਸੂਦ ਅਭਿਸ਼ੇਕ ਦੀ ਪਰੇਸ਼ਾਨੀ ਨੂੰ ਦੇਖਦਿਆਂ ਖੁਦ ਵੀ ਭਾਵੁਕ ਹੋ ਜਾਂਦੇ ਨੇ ਅਤੇ ਉਸ ਸ਼ਖਸ ਨੂੰ ਕਲਾਵੇ 'ਚ ਲੈ ਲੈਂਦੇ ਨੇ ਤੇ ਉਸ ਨੂੰ ਚੁੱਪ ਵੀ ਕਰਾਉਂਦੇ ਨੇ। ਸੋਨੂ ਸੂਦ ਨੇ ਇੱਕ ਭਾਵੁਕ ਪੋਸਟ 'ਚ ਲਿਖਿਆ ਹੈ ਕਿ ਪੂਰੇ ਦੇਸ਼ 'ਚ ਜਿਸ ਤਰ੍ਹਾਂ ਲੋਕ ਮੁਸ਼ਕਲਾਂ ਨਾਲ ਜੂਝ ਰਹੇ ਨੇ, ਉਹ ਦਿਲ ਨੂੰ ਦੁੱਖ ਦੇਣ ਵਾਲਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਅਸੀਂ ਮਿਲ ਕੇ ਅਭਿਸ਼ੇਕ ਵਰਗੇ ਪਰੇਸ਼ਾਨ ਵਿਅਕਤੀਆਂ ਦੀ ਮਦਦ ਕਰੀਏ, ਜਿਸ ਨਾਲ ਉਹ ਪਰੇਸ਼ਾਨੀਆਂ ਤੋਂ ਉੱਭਰ ਸਕਣ। ਸੋਸ਼ਲ ਮੀਡੀਆ ਉੱਤੇ ਸੋਨੂ ਸੂਦ ਦੀ ਇਹ ਪੋਸਟ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਨਵੇਂ ਵਿਆਹੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ। ਬਾਥਰੂਮ 'ਚ ਮਿਲੀਆਂ ਦੋਵਾਂ ਦੀਆਂ ਲਾਸ਼ਾਂ। ਇੱਕ ਵਾਰ ਮੁੜ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਵੈਕਸੀਨ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ। ਸੁਖਬੀਰ ਬਾਦਲ ਸਣੇ ਕਈ ਗ੍ਰਿਫਤਾਰ। ਫਿਰ ਚਰਚਾ 'ਚ ਕੈਪਟਨ ਦੀ ਬਾਦਲ ਨਾਲ ਨੇੜਤਾ। ਕਈ ਕਾਂਗਰਸੀ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਕਰਵਾਇਆ ਜਾਣੂ। ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ। ਮੋਦੀ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ।
ਪੰਜਾਬ ਦਾ ਸਾਬਕਾ ਪੁਲਿਸ ਅਧਿਕਾਰੀ ਬਲਕਾਰ ਸਿੰਘ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ। ਰਾਘਵ ਚੱਡਾ ਬੋਲੇ, ਹੁਣ ਸਾਬਕਾ ਪੁਲਿਸ ਅਧਿਕਾਰੀ ਰਾਜਨੀਤੀ ਦੇ ਮੈਦਾਨ 'ਚ ਨਿਭਾਉਣਗੇ ਸ਼ਾਨਦਾਰ ਸੇਵਾ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. ਕੈਨੇਡਾ ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, ਸੋ beware of copycats. Mortgage Alliance. Hi, I'm Karan Daliwal, your mortgage broker. See what happened to my clients when I get their mortgage approved. The best mortgage rate excitement. And of course, debt consultation. Well, I'm just doing my job. I don't know why these accidents keeps happening. Mortgage Alliance. मैं अभय माथुर। नायगरा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो, और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायगरा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 9059783788। ਜਿਹੜਾ 9 ਸਾਲ ਦਾ ਬੱਚਾ ਜਿਹੜਾ ਇਸ ਅਟੈਕ ਦੇ ਵਿੱਚ ਜਿਸ ਨੂੰ ਅਟੈਕ ਕੀਤਾ ਗਿਆ ਸੀਗਾ, ਪੂਰਾ ਜਿਹੜਾ ਮੁਸਲਿਮ ਪਰਿਵਾਰ ਲੰਡਨ ਦੇ ਵਿੱਚ ਜਿਹੜਾ ਅਟੈਕ ਹੋਇਆ ਸੀਗਾ, 9 ਸਾਲ ਦਾ ਜਿਹੜਾ ਬੱਚਾ ਸੀਗਾ ਫੈਜ਼ ਅਫਜ਼ਲ, ਉਹ ਹੁਣ ਉਸ ਨੂੰ ਹਸਪੀਟਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਔਰ ਪੂਰਾ ਪਰਿਵਾਰ ਜਿਹੜਾ ਹੈ ਉਸ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ। ਔਰ ਇਹ ਜਿਹੜਾ 9 ਸਾਲ ਦਾ ਬੱਚਾ ਹੈ, ਇਸ ਦੀ ਜਿਹੜੀ ਐਕਸਟੈਂਡਡ ਫੈਮਿਲੀ ਹੈ, ਉਸ ਦਾ ਪੂਰਾ ਸਪੋਰਟ ਇਸ ਬੱਚੇ ਨੂੰ ਮਿਲ ਰਿਹਾ। ਇਸ ਦੇ ਨਾਲ ਨਾਲ ਕਮਿਊਨਿਟੀ ਵੱਲੋਂ ਬਹੁਤ ਸਪੋਰਟ ਇਹਨਾਂ ਨੂੰ ਮਿਲ ਰਿਹਾ ਔਰ ਇਹਨਾਂ ਦੀ ਜਿਹੜੀ ਫੈਮਿਲੀ ਨੇ, ਜਿਹੜੀ ਐਕਸਟੈਂਡਡ ਫੈਮਿਲੀ ਨੇ, ਉਹਨਾਂ ਨੇ ਲੰਡਨ ਦੀ ਪੁਲਿਸ ਸਰਵਿਸ, ਰਿਲੀਜੀਅਸ ਲੀਡਰਸ ਜਿਹੜੇ ਹੈਗੇ ਆ, ਬਾਕੀ ਪੋਲੀਟੀਸ਼ੀਅਨਸ ਨੇ ਜਿਨ੍ਹਾਂ ਵਿੱਚ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਹੈਗੇ ਆ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ, ਲੰਡਨ ਦੇ ਮੇਅਰ ਐਡ ਹੋਲਡਰ ਨੇ, ਸਾਰਿਆਂ ਦਾ ਥੈਂਕ ਯੂ ਕੀਤਾ। ਇਸ ਦੇ ਨਾਲ ਨਾਲ ਵਰਕਰਸ ਔਰ ਵਲੰਟੀਅਰਸ ਜਿਹੜੇ ਨੇ ਉਹਨਾਂ ਦਾ ਥੈਂਕ ਯੂ ਕੀਤਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਹੈ। ਇਹ ਤੁਹਾਨੂੰ ਪਤਾ ਹੀ ਹੈ ਕਿ ਟੈਰਰ ਅਟੈਕ ਜਿਹੜਾ ਹੈ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਸ਼ਾਮ ਨੂੰ ਵਾਕ ਵਾਸਤੇ ਗਿਆ ਸੀਗਾ ਤੇ ਪਿੱਛੋਂ ਦੇ ਇੱਕ ਬਲੈਕ ਕਲਰ ਦਾ ਪਿਕਅਪ ਟਰੱਕ ਜਿਹੜਾ ਹੈ ਪੂਰੀ ਸਪੀਡ ਤੇ ਸਾਈਡ ਵਾਕ ਦੇ ਉੱਪਰ ਇਸ ਫੈਮਿਲੀ ਨੂੰ ਪਿੱਛੋਂ ਦੀ ਆ ਕੇ ਉਸਨੇ ਮਾਰ ਦਿੱਤਾ। ਔਰ ਸਲਮਾਨ ਅਫਜ਼ਲ ਜਿਹੜੇ ਕਿ 46 ਸਾਲ ਦੇ, ਉਹਨਾਂ ਦੀ 44 ਸਾਲ ਦੀ ਪਤਨੀ ਮਦੀਹਾ ਸਲਮਾਨ ਔਰ ਉਹਨਾਂ ਦੀ 15 ਸਾਲ ਦੀ ਜਿਹੜੀ ਬੱਚੀ ਯੁਮਾ ਔਰ 74 ਸਾਲ ਦੀ ਜਿਹੜੀ ਦਾਦੀ ਸੀਗੀ ਤਲਤ ਅਫਜ਼ਲ, ਸਾਰਿਆਂ ਦੀ ਮੌਤ ਹੋ ਗਈ ਸੀਗੀ। ਸਿਰਫ ਇਵਨਿੰਗ ਵਾਕ ਕਰਨ ਗਏ ਹੋਏ ਸੀਗੇ, ਸਾਈਡ ਵਾਕ ਤੇ ਸੀਗੇ। ਔਰ ਇਹ ਜਿਹੜਾ 9 ਸਾਲ ਦਾ ਬੱਚਾ ਹੈ ਇਹ ਵੀ ਨਾਲ ਸੀਗਾ, ਪਰ ਇਸ ਤੇ ਕਾਫੀ ਸੱਟਾਂ ਲੱਗੀਆਂ ਸੀਗੀਆਂ, ਪਰ ਬੱਚਾ ਜਿਹੜਾ ਹੈ ਪਰਮਾਤਮਾ ਦੀ ਕਿਰਪਾ ਨਾਲ ਬਚ ਗਿਆ ਹੈ। 9 ਸਾਲ ਦਾ ਬੱਚਾ ਫਾਇਜ਼ ਅਫਜ਼ਲ, ਇਹ ਜਿਹੜਾ ਲੜਕਾ ਹੈ, ਹੁਣ ਐਕਸਟੈਂਡਡ ਫੈਮਿਲੀ ਜਿਹੜੀ ਹੈ ਇਸ ਦੀ ਪੂਰੀ ਟੇਕ ਕੇਅਰ ਕਰ ਰਹੀ ਹੈ। ਔਰ ਇਹ ਜਿਹੜਾ ਆਦਮੀ ਜਿਸਨੇ ਕਾਰਾ ਕੀਤਾ ਸੀਗਾ ਨੈਥੈਨੀਅਲ ਵੈਲਟਮੈਨ 20 ਸਾਲ ਦਾ, ਇਸ ਦੇ ਉੱਪਰ 4 ਫਸਟ ਡਿਗਰੀ ਮਰਡਰ ਚਾਰजेस ਲੱਗੇ ਨੇ ਔਰ ਇਸ ਤੋਂ ਇਲਾਵਾ ਇੱਕ ਚਾਰਜ ਲੱਗਿਆ ਹੈ ਅਟੈਂਪਟ ਟੂ ਮਰਡਰ ਦਾ। ਔਰ ਇਸ ਦੀ ਹੁਣ ਅਗਲੀ ਕੋਰਟ ਦੇ ਵਿੱਚ ਪੇਸ਼ੀ ਜਿਹੜੀ ਹੈ ਹੋਣ ਜਾ ਰਹੀ ਹੈ 21 ਜੂਨ ਨੂੰ। ਔਰ ਅਗਲੀ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਕੀ ਜਿਹੜੇ ਸਟੈਪ 2 ਦੇ ਵਿੱਚ ਕਿਸ ਤਰ੍ਹਾਂ ਦੀ ਰੀਓਪਨਿੰਗ ਹੋਣੀ ਹੈ। ਸਟੈਪ 1 ਦੀ ਜਿਹੜੀ ਰੀਓਪਨਿੰਗ ਤੇ ਚੱਲ ਹੀ ਰਹੀ ਹੈ, ਸਟੈਪ 2 ਦੇ ਵਿੱਚ ਕੀ ਪੋਸਿਬਿਲਿਟੀ ਹੈ ਉਹਦੀ ਗੱਲਬਾਤ ਕਰਦੇ ਹਾਂ। Please subscribe Pravasi TV and press the bell icon. GTA ਦੀ ਸਭ ਤੋਂ ਵੱਡੀ ਪ੍ਰਿੰਟ ਤੇ ਆਨਲਾਈਨ ਬਿਜ਼ਨਸ ਪੇजेस ਡਾਇਰੈਕਟਰੀ
200 ਤੋਂ ਵੱਧ ਬਿਜ਼ਨਸ ਕੈਟਾਗਰੀਜ਼, 200 ਤੋਂ ਵੱਧ ਇਨਫੋਰਮੇਸ਼ਨ ਪੇजेस। Book early and get 20% discount. ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। वन ਦੀ ਜਿਹੜੀ ਰੀਓਪਨਿੰਗ ਆਲਰੇਡੀ ਹੋ ਚੁੱਕੀ ਹੈ ਔਰ ਕੀ ਟੀਚਾ ਹੈਗਾ ਕਿ ਸਟੈਪ 2 ਦੀ ਰੀਓਪਨਿੰਗ ਜਿਹੜੀ ਹੈ ਕਿਸ ਤਰ੍ਹਾਂ ਹੋ ਸਕਦੀ ਹੈ। ਹੁਣ ਹਾਲਾਂਕਿ ਤੁਹਾਨੂੰ ਪਤਾ ਹੈ ਕਿ 75% ਜਿਹੜੇ ਅਡਲਟਸ ਨੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਪਹਿਲੀ ਡੋਜ਼ ਜਿਹੜੀ ਹੈ ਉਹ ਮਿਲ ਚੁੱਕੀ ਹੈ ਵੈਕਸੀਨ ਦੀ ਔਰ ਇਸ ਕਰਕੇ ਜਿਹੜੀ ਹੈ ਸਟੈਪ 1 ਦੀ ਜਿਹੜੀ ਰੀਓਪਨਿੰਗ ਤੇ ਜਿਹੜੀ ਹੋ ਚੁੱਕੀ ਹੈ ਔਰ ਕਾਫੀ ਸਾਰੀ ਰੈਸਟ੍ਰਿਕਸ਼ਨਸ ਜਿਹੜੀਆਂ ਘਟਾ ਦਿੱਤੀਆਂ ਗਈਆਂ ਨੇ। ਆਊਟਡੋਰ ਗੈਦਰਿੰਗਸ ਜਿਹੜੀਆਂ ਨੇ ਉਹ ਅਲਾਉ ਕੀਤੀਆਂ ਗਈਆਂ, ਥੋੜੀ ਕੁਝ ਹੱਦ ਤੱਕ ਲਿਮਿਟਡ ਗੈਦਰਿੰਗਸ ਜਿਹੜੀਆਂ ਨੇ ਔਰ ਪੈਟੀਓ ਡਾਈਨਿੰਗ 4 ਲੋਕ ਇੱਕ ਟੇਬਲ ਤੇ ਤੁਸੀਂ ਹੁਣ ਖਾਣਾ ਇਕੱਠੇ ਬੈਠ ਕੇ ਖਾ ਸਕਦੇ ਹੋ। ਵਾਰਮਰ ਵੈਦਰ ਹੈਗੀ ਹੈ ਔਰ ਆਊਟਡੋਰਸ ਦੇ ਵਿੱਚ ਟਰਾਂਸਮਿਸ਼ਨ ਦੀ ਜਿਹੜੇ ਚਾਂਸਸ ਘੱਟ ਹੈਗੇ ਆ, ਇਸ ਕਰਕੇ ਆਊਟਡੋਰ ਸੈਟਿੰਗਸ ਜਿਹੜੀਆਂ ਨੇ ਉਹਨਾਂ ਨੂੰ ਫਿਲਹਾਲ ਅਲਾਉ ਕੀਤਾ ਗਿਆ ਹੈ। ਔਰ ਸਟੈਪ 2 ਤੋਂ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਓਨਟਾਰੀਓ ਦੇ ਵਿੱਚ 70% ਜਿਹੜੇ ਅਡਲਟਸ ਨੇ ਉਹਨਾਂ ਨੂੰ ਘੱਟੋ ਘੱਟ ਇੱਕ ਜਿਹੜੀ ਹੈ ਡੋਜ਼ ਵੈਕਸੀਨ ਦੀ ਲੱਗਣੀ ਚਾਹੀਦੀ ਹੈ ਔਰ 20% ਜਿਹੜੇ ਹੈ ਉਹਨਾਂ ਨੂੰ ਦੋਨੋਂ ਡੋਜ਼ਸ ਲੱਗ ਜਾਣੀਆਂ ਚਾਹੀਦੀਆਂ। ਉਸ ਤੋਂ ਬਾਅਦ ਸਟੈਪ 2 ਦੀ ਰੀਓਪਨਿੰਗ ਹੋਏਗੀ ਪਰ ਆਲਰੇਡੀ ਜਿਹੜੇ ਹੈ 75% ਤੱਕ ਜਿਹੜੇ ਅਡਲਟਸ ਨੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਪਹਿਲੀ ਡੋਜ਼ ਮਿਲ ਚੁੱਕੀ ਹੈ ਔਰ ਆਲਰੇਡੀ ਸਰਪਾਸ ਕਰ ਚੁੱਕਿਆ ਹੈ ਔਰ ਜੁਲਾਈ ਦੇ ਸ਼ੁਰੂ ਦੇ ਵਿੱਚ 80% ਤੱਕ ਦੇ ਜਿਹੜੇ ਅਡਲਟਸ ਹੋਣਗੇ ਓਨਟਾਰੀਓ ਦੇ ਵਿੱਚ ਉਹਨਾਂ ਨੂੰ ਪਹਿਲੀ ਡੋਜ਼ ਵੈਕਸੀਨ ਦੀ ਮਿਲ ਜਾਏਗੀ। ਔਰ ਵੈਕਸੀਨੇਸ਼ਨ ਜਿਹੜੀ ਰੇਟ ਦੇਖਿਆ ਜਾਏ ਸਟੈਪ 1 ਦੇ ਵਿੱਚ ਕਿਹਾ ਜਾ ਰਿਹਾ ਸੀ ਕਿ 60% ਅਡਲਟਸ ਨੂੰ ਜਿਹੜੀ ਹੈ ਪਹਿਲੀ ਡੋਜ਼ ਲੱਗ ਜਾਏ ਤਾਂ ਜਿਹੜੀ ਹੈ ਸਟੈਪ 1 ਹੋ ਸਕਦਾ ਹੈ, ਜਿਸ ਦੇ ਵਿੱਚ ਆਊਟਡੋਰ ਸਪੇਸਿਸ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ, ਲਿਮਿਟਡ ਇਨਡੋਰ ਜਿਹੜੀਆਂ ਸੈਟਿੰਗਸ ਕੁਝ ਰੈਸਟ੍ਰਿਕਸ਼ਨਸ ਦੇ ਨਾਲ ਖੋਲੀਆਂ ਜਾਣਗੀਆਂ। ਇਸੇ ਤਰ੍ਹਾਂ ਹੀ ਸਟੈਪ 2 ਦੇ ਵਿੱਚ ਕਿਹਾ ਜਾ ਰਿਹਾ ਹੈ 70% ਵੈਕਸੀਨੇਸ਼ਨ ਜਦੋਂ ਹੋ ਜਾਏਗੀ ਅਡਲਟਸ ਦੀ ਔਰ 20% ਜਿਹੜੇ ਅਡਲਟਸ ਨੇ ਉਹ ਫੁੱਲੀ ਵੈਕਸੀਨੇਟ ਹੋ ਜਾਣਗੇ ਤਾਂ ਫਿਰ ਜਿਹੜਾ ਹੈ ਸਟੈਪ 2 ਖੋਲ੍ਹਿਆ ਜਾਏਗਾ, ਜਿਸ ਦੇ ਵਿੱਚ ਕਿ ਇਨਡੋਰਸ ਵੀ ਕੁਝ ਸਮਾਲ ਨੰਬਰ ਦੇ ਨਾਲ ਔਰ ਫੇਸ ਕਵਰਿੰਗਸ ਦੇ ਨਾਲ ਜਿਹੜਾ ਹੈ ਉਹ ਐਕਸਟੈਂਡ ਕਰ ਦਿੱਤਾ ਜਾਏਗਾ, ਓਪਨ ਅਲਾਉ ਕਰ ਦਿੱਤਾ ਜਾਏਗਾ ਔਰ ਆਊਟਡੋਰ ਵੀ ਜਿਹੜਾ ਹੈ ਇਸ ਨੂੰ ਥੋੜਾ ਬਹੁਤ ਐਕਸਪੈਂਡ ਕਰ ਦਿੱਤਾ ਜਾਏਗਾ। ਸਟੈਪ 3 ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 70 ਤੋਂ 80% ਜਿਹੜੇ ਅਡਲਟਸ ਜਿਨ੍ਹਾਂ ਨੂੰ ਪਹਿਲੀ ਡੋਜ਼ ਮਿਲ ਜਾਏਗੀ ਔਰ 25% ਜਿਹੜੇ ਨੇ ਫੁੱਲੀ ਵੈਕਸੀਨੇਟ ਹੋ ਜਾਣਗੇ ਤਾਂ ਫਿਰ ਜਿਹੜੀ ਹੈ ਇਹ ਜਿਹੜੀ ਸਟੈਪ 3 ਨੂੰ ਜਿਹੜਾ ਅਲਾਉ ਕਰ ਦਿੱਤਾ ਜਾਏਗਾ ਔਰ ਫੇਸ ਕਵਰਿੰਗਸ ਜਿਹੜੀਆਂ ਨੇ ਉਹ ਫਿਰ ਇਨਡੋਰਸ ਹਰ ਵੇਲੇ ਪਾਉਣ ਦੀ ਲੋੜ ਨਹੀਂ ਵੀ ਰਹੇਗੀ, ਚਾਹੋ ਤੇ ਵਿੱਚ ਨਾ ਵੀ ਪਾਓਗੇ ਤਾਂ ਵੀ ਚੱਲੇਗਾ। ਤੇ ਆਲਰੇਡੀ ਲੱਗ ਰਿਹਾ ਹੈ ਕਿ ਜਿਹੜੇ ਹੈ ਜੁਲਾਈ ਦੇ ਸ਼ੁਰੂ ਦੇ ਵਿੱਚ 80% ਤੱਕ ਜਿਹੜੇ ਹੈ ਅਡਲਟਸ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਫਸਟ ਡੋਜ਼ ਉਹਨਾਂ ਦੀ ਵੈਕਸੀਨ ਦੀ ਜਿਹੜੀ ਲੱਗ ਹੀ ਜਾਏਗੀ। ਔਰ ਇੱਕ ਹੋਰ ਤੁਹਾਨੂੰ ਚੰਗੀ ਖਬਰ ਅਸੀਂ ਦੱਸ ਦਈਏ ਕਿ ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜੀ ਹੈ ਰੀਓਪਨਿੰਗ ਹੋ ਗਈ ਹੈ। ਕੈਲੀਫੋਰਨੀਆ ਪੂਰੀ ਤਰ੍ਹਾਂ ਨਾਲ ਅੱਜ ਕਰ ਦਿੱਤਾ ਗਿਆ ਹੈ ਓਪਨ। ਇਸ ਦੇ ਵਿੱਚ ਹੁਣ ਜਿਹੜੇ ਆਊਟਡੋਰ ਗੇਮਸ ਵਗੈਰਾ ਵੀ ਹੋਣ ਲੱਗ ਪਈਆਂ ਔਰ ਮਾਸਕ ਫ੍ਰੀ ਜਿਹੜੇ ਹੈ ਲੋਕ ਹੁਣ ਜਾ ਸਕਦੇ ਨੇ ਕੈਲੀਫੋਰਨੀਆ ਦੇ ਵਿੱਚ। ਔਰ ਇਸ ਦੇ ਨਾਲ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹੈ ਕਿ ਡਿਜ਼ਨੀਲੈਂਡ ਦੇ ਵਿੱਚ ਵੀ ਹੁਣ ਕੋਈ ਵੀ ਲਿਮਿਟ ਨਹੀਂ ਰਹੀ, ਡਿਜ਼ਨੀਲੈਂਡ ਵੀ ਓਪਨ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਔਰ ਬਿਨਾਂ ਲਿਮਿਟ ਤੋਂ ਲੋਕ ਜਿਹੜੇ ਉੱਥੇ ਹੁਣ ਜਾ ਸਕਦੇ ਨੇ। ਬਹੁਤ ਜ਼ਿਆਦਾ ਇੰਤਜ਼ਾਰ ਕੀਤੀ ਜਾ ਰਹੀ ਸੀਗੀ ਇਸ ਟਾਈਮ ਦੀ ਜਦੋਂ ਕਿ ਫੁੱਲੀ ਓਪਨ ਕਰ ਦਿੱਤਾ ਜਾਏ ਤੇ ਕੈਲੀਫੋਰਨੀਆ ਜਿਹੜਾ ਅੱਜ ਤੋਂ ਪੂਰੀ ਤਰ੍ਹਾਂ ਨਾਲ ਓਪਨ ਕਰ ਦਿੱਤਾ ਗਿਆ ਹੈ ਔਰ ਕਾਫੀ ਸਾਰੇ ਚੇਂਜਸ ਜਿਹੜੇ ਹੈ ਹੁਣ ਲੋਕਾਂ ਨੂੰ ਇਸ ਦੇ ਵਿੱਚ ਦੇਖਣ 'ਚ ਮਿਲਣਗੇ। ਔਰ ਗੁੱਡ ਨਿਊਜ਼ ਜਿਹੜੀ ਹੈ ਕੈਲੀਫੋਰਨੀਆ ਦੀ ਆਈ ਹੈ ਤੇ ਹੋਪਫੁਲੀ ਥੋੜੀ ਦੇਰ ਤੱਕ ਜਿਹੜੀ ਹੈ
ਟੋਰਾਂਟੋ ਦੇ ਵਿੱਚ ਜਾਂ ਅਸੀਂ ਕਹਿ ਲਈਏ ਓਨਟਾਰੀਓ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਓਪਨਿੰਗ ਹੋ ਜਾਏ। ਔਰ ਡਿਜ਼ਨੀਲੈਂਡ ਦੀ ਬੱਚਿਆਂ ਨੂੰ ਬੜੀ ਕ੍ਰੇਜ਼ ਰਹਿੰਦੀ ਹੈ, ਸਮਰਸ ਆ ਰਹੀਆਂ ਨੇ ਔਰ ਬਿਲਕੁਲ ਸਮਰਸ ਤੋਂ ਪਹਿਲਾਂ ਕੈਲੀਫੋਰਨੀਆ ਨੇ ਜਿਹੜਾ ਹੈ ਓਪਨ ਕਰ ਦਿੱਤਾ ਹੈ। ਡਿਜ਼ਨੀਲੈਂਡ ਵੀ ਜਿਹੜਾ ਹੈ ਫੁੱਲੀ ਓਪਨ ਕਰ ਦਿੱਤਾ ਗਿਆ ਇਸ ਵੇਲੇ ਲੋਕਾਂ ਵਾਸਤੇ। ਤੇ ਔਰ ਕੋਈ ਵੀ ਇਸ 'ਤੇ ਹੁਣ ਨੰਬਰਿੰਗ ਨਹੀਂ ਰਹੀ ਕਿ ਅੱਗੇ ਤੇ ਲਿਮਿਟਿਡ ਨੰਬਰਸ ਵਾਸਤੇ ਖੋਲ੍ਹਿਆ ਗਿਆ ਸੀਗਾ, ਹੁਣ ਜਿਹੜਾ ਹੈ ਐਨੀ ਅਮਾਊਂਟ ਆਫ ਨੰਬਰ ਇਜ਼ ਵੈਲਕਮ ਔਰ ਉਹ ਵੀ ਉਸਨੂੰ ਖੋਲ੍ਹ ਦਿੱਤਾ ਗਿਆ ਹੈ। ਵੰਡਰਲੈਂਡ ਦੀ ਕੈਨੇਡਾ ਦੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀਗੀ, ਕੈਨੇਡਾਜ਼ ਵੰਡਰਲੈਂਡ ਉਹ ਵੀ ਖੁੱਲ੍ਹਣ ਜਾ ਰਿਹਾ ਹੈ। 7 ਜੁਲਾਈ ਨੂੰ ਜਨਰਲ ਪਬਲਿਕ ਵਾਸਤੇ ਖੁੱਲ੍ਹੇਗਾ, 5 ਤੋਂ 6 ਜੁਲਾਈ ਜਿਹੜਾ ਹੈ ਉਹ ਖੁੱਲ੍ਹੇਗਾ ਸੀਜ਼ਨ ਪਾਸ ਹੋਲਡਰਸ ਵਾਸਤੇ ਔਰ 7 ਜੁਲਾਈ ਨੂੰ ਖੁੱਲ੍ਹਣ ਜਾ ਰਿਹਾ ਹੈ ਜਿਹੜਾ ਕਿ ਆਮ ਪਬਲਿਕ ਵਾਸਤੇ। ਪਰ ਇਸ ਦੇ ਨਾਲ ਨਾਲ ਲਿਮਿਟ ਉੱਥੇ ਰਹੇਗੀ ਔਰ ਆਨਲਾਈਨ ਬੁਕਿੰਗ ਕਰਵਾਉਣੀ ਪਏਗੀ। ਇਸ ਦੇ ਨਾਲ ਨਾਲ ਜਿਹੜੀ ਵੀ ਵਾਟਰ ਰਾਈਡਸ ਵਗੈਰਾ ਹੈਗੀਆਂ ਸਭ ਜਗ੍ਹਾ ਵਾਸਤੇ ਆਨਲਾਈਨ ਬੁਕਿੰਗ ਹੋਏਗੀ, ਪਹਿਲੇ ਰਿਜ਼ਰਵੇਸ਼ਨਸ ਹੋਣਗੀਆਂ ਔਰ ਡਿਸਟੈਂਸ ਮੇਨਟੇਨ ਕੀਤਾ ਜਾਏਗਾ। ਉੱਥੇ ਵੀ ਮਾਰਕਰਸ ਲੱਗੇ ਹੋਏ ਨੇ ਕਿ ਲੋਕਾਂ ਨੇ ਜਿੱਥੇ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਰੂਲ ਹੈਗਾ ਉਸ ਹਿਸਾਬ ਨਾਲ ਮਾਰਕਰਸ ਦੇ ਹਿਸਾਬ ਨਾਲ ਲੋਕਾਂ ਨੇ ਲਾਈਨਅਪ 'ਚ ਰਹਿਣਾ ਹੈ। ਜਿੱਥੇ ਲਾਈਨਾਂ ਲੱਗਣੀਆਂ ਨੇ ਰਾਈਡਸ ਵਾਸਤੇ ਉੱਥੇ ਵੀ ਲਾਈਨ ਜਿਹੜੇ ਮਾਰਕਅਪ ਲਗਾਏ ਗਏ ਨੇ ਉੱਥੇ ਵੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪਏਗੀ ਔਰ ਥਰੂ ਆਊਟ ਜਿਹੜਾ ਹੈ ਮਾਸਕ ਪਾ ਕੇ ਰੱਖਣਾ ਪਏਗਾ ਕੈਨੇਡਾਜ਼ ਵੰਡਰਲੈਂਡ ਦੇ ਵਿੱਚ ਵੀ। ਔਰ ਜਿਹੜੇ ਵੀ ਵਿਜ਼ਿਟਰਸ ਹੋਣਗੇ ਉਹਨਾਂ ਦੀ ਸਕਰੀਨਿੰਗ ਜ਼ਰੂਰ ਹੋਏਗੀ ਆਉਣ ਤੋਂ ਪਹਿਲਾਂ। ਔਰ ਇਹ ਸਾਰੇ ਉਪਰਾਲੇ ਜਿਹੜੇ ਹੈ ਡਿਜ਼ਨੀਲੈਂਡ ਦੇ ਵਿੱਚ ਵੀ ਕੈਨੇਡਾ ਦੇ ਵੰਡਰਲੈਂਡ ਦੇ ਵਿੱਚ ਵੀ ਕੀਤੇ ਗਏ ਨੇ। ਜਗ੍ਹਾ ਜਗ੍ਹਾ ਜਿਹੜੇ ਹੈ ਹੈਂਡ ਸੈਨੀਟਾਈਜ਼ਿੰਗ ਸਟੇਸ਼ਨਸ ਹੈਗੇ ਨੇ, ਕਲੀਨਿੰਗ ਜਿਹੜੀ ਫੈਸਿਲਿਟੀਜ਼ ਨੇ ਉਹ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਨੇ। ਤੇ ਹੌਲੀ ਹੌਲੀ ਕਰਕੇ ਜਗ੍ਹਾ ਜਗ੍ਹਾ ਜਿਹੜੀ ਰੀਓਪਨਿੰਗ ਹੋ ਰਹੀ ਹੈ। ਪਰ ਅਸੀਂ ਤੁਹਾਨੂੰ ਯਾਦ ਕਰਾ ਦਈਏ ਕਿ ਡੈਲਟਾ ਵੇਰੀਐਂਟ ਹਜੇ ਵੀ ਬਹੁਤ ਜ਼ਿਆਦਾ ਪ੍ਰੈਵਲੈਂਟ ਹੈਗਾ, ਇਸ ਕਰਕੇ ਉਸ ਤੋਂ ਬਚਣ ਦੀ ਬਹੁਤ ਲੋੜ ਹੈਗੀ ਹੈ। ਔਰ ਡੈਲਟਾ ਪਲੱਸ ਵੀ ਆ ਗਿਆ ਹੈ, ਮਿਊਟੈਂਟ ਹੋਰ ਹੋ ਗਿਆ ਹੈ ਡੈਲਟਾ ਵੇਰੀਐਂਟ। ਔਰ ਹਜੇ ਫਿਲਹਾਲ ਤੁਸੀਂ ਆਪਣਾ ਬਿਲਕੁਲ ਪਰਹੇਜ਼ ਰੱਖਣਾ ਹੈ। ਥੋੜੀ ਦੇਰ ਦੀ ਗੱਲ ਹੋ ਰਹਿ ਗਈ ਹੈ ਤੇ ਅਸੀਂ ਵੀ ਇਸ ਤੋਂ ਬਾਹਰ ਆ ਜਾਵਾਂਗੇ। ਔਰ ਜਨਮ ਦਿਨ ਹੈ ਅੱਜ ਸੁਰਈਆ ਦਾ, ਬਹੁਤ ਹੀ ਵਧੀਆ ਐਕਟਰੈਸ ਔਰ ਪਲੇਬੈਕ ਸਿੰਗਰ। 1929 ਦੇ ਵਿੱਚ ਅੱਜ ਦੇ ਦਿਨ ਪੈਦਾ ਹੋਏ ਸੀਗੇ। 1929 ਤੋਂ ਲੈ ਕੇ 2004 ਤੱਕ ਰਹੇ, 74 ਸਾਲ ਦੀ ਉਮਰ ਦੇ ਵਿੱਚ ਇਹ ਪੂਰੇ ਹੋਏ। ਬਹੁਤ ਸਾਰੇ ਅਵਾਰਡਸ ਇਹਨਾਂ ਨੂੰ ਮਿਲੇ ਹੋਏ, ਜਿਸ ਦੇ ਵਿੱਚ ਕਿ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਇਹਨਾਂ ਨੂੰ ਮਿਲਿਆ ਹੋਇਆ ਹੈ। ਔਰ 2013 ਦੇ ਵਿੱਚ ਇੰਡੀਆ ਦੇ ਵਿੱਚ ਇਹਨਾਂ ਦੇ ਨਾਮ ਤੇ ਇੱਕ ਸਟੈਂਪ ਛਾਇਆ ਕੀਤੀ ਗਈ ਸੀ ਕਿ 100 ਇਅਰਸ ਆਫ ਇੰਡੀਅਨ ਸਿਨੇਮਾ ਨੂੰ ਜਦੋਂ ਸੈਲੀਬ੍ਰੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੇ ਨਾਮ ਦੇ ਉੱਪਰ, ਇਹਨਾਂ ਦੇ ਪਿਕਚਰ ਦੇ ਉੱਪਰ ਇੱਕ ਸਟੈਂਪ ਜਿਹੜੀ ਹੈ ਜਿਸ ਦੇ ਉੱਪਰ ਇਹਨਾਂ ਦਾ ਚਿਹਰਾ ਹੈ ਸੀ ਉਹ ਜਿਹੜੀ ਹੈ ਛਾਇਆ ਕੀਤੀ ਗਈ ਸੀਗੀ। ਉਹਨਾਂ ਦਾ ਇੱਕ ਗੀਤ ਤੁਹਾਨੂੰ ਸੁਣਾਉਂਦੇ ਜਾ ਰਹੇ ਹਾਂ, ਉਹਨਾਂ ਤੇ ਔਰ ਦੇਵਾਨੰਦ ਜੀ ਤੇ ਫਿਲਮਾਇਆ ਹੋਇਆ ਇਹ ਗੀਤ। ਔਰ ਇਹ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਜਾ ਰਹੇ ਹਾਂ ਔਰ ਤੁਹਾਡੇ ਨਾਲ ਫਿਰ ਕੱਲ ਫਿਰ 1 ਵਜੇ ਮੁਲਾਕਾਤ ਕਰਾਂਗੇ। ਧੰਨਵਾਦ, ਨਮਸਕਾਰ, ਸਤਿ ਸ਼੍ਰੀ ਅਕਾਲ।